ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਲੈ ਕੇ ਆਏ ਹਾਂ ਜੀ ਪਾਰਟ 2 ਆਪਣਾ ਜਿਹੜਾ PYQ ਚੱਲ ਰਹੀ ਹੈ ਸੀਰੀਜ਼। ਇਹਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਰਾਜੇ। ਆਪਾਂ ਸ਼ੁਰੂ ਕੀਤਾ ਹੋਇਆ ਮਿਸ਼ਨ ਸਰਕਾਰੀ ਨੌਕਰੀ। ਜਿਹੜੇ ਬੱਚੇ ਨਵੇਂ ਨੇ ਉਹਨਾਂ ਨੂੰ ਦੱਸ ਦਈਏ ਇਹ ਕੱਲ੍ਹ ਹੀ ਸੀਰੀਜ਼ ਸਟਾਰਟ ਹੋਈ ਹੈ ਤੇ ਕੰਟੀਨਿਊ ਰਹੂਗੀ ਜਿੰਨ ਤੱਕ ਆਪਣੇ ਐਗਜ਼ਾਮ ਹੋਣਗੇ ਸਾਰੇ ਜਿਹੜੇ PPPLS ਬੋਰਡ ਨੇ ਕਰਵਾਉਣੇ ਆ ਜਾਂ ਫਿਰ ਕੋਆਪਰੇਟਿਵ ਬੈਂਕ ਨੇ ਕਰਨਾ ਹੈ। ਠੀਕ ਹੈ। ਤਾਂ ਇਹਦੇ ਵਿੱਚ ਜਿਹੜਾ ਅੱਜ ਦਾ ਪੇਪਰ ਲੈ ਕੇ ਆਏ ਆ ਰਾਜੇ ਤੁਹਾਡੇ ਸਾਹਮਣੇ ਉਹ ਹੈਗਾ ਜੀ PPPLS ਬੋਰਡ ਦਾ ਪੇਪਰ ਹੈ ਲੀਗਲ ਕਲਰਕ ਦਾ। ਇਹ ਵੀ 2021 ਦੇ ਵਿੱਚ ਹੋਇਆ ਸੀਗਾ। ਤੇ ਤੁਸੀਂ ਸਾਰਿਆਂ ਨੇ ਆਪਣੇ ਕਮੈਂਟ ਵੀ ਜ਼ਰੂਰ ਕਰਨਾ ਹੈ ਤੇ ਕਲਾਸ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੈਨੂੰ ਵੀ ਥੋੜੀ ਜਿਹੀ એનર્ਜੀ ਮਿਲਦੀ ਹੈ ਤਾਂ ਨਵੀਆਂ ਨਵੀਆਂ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਆ। ਤਾਂ ਜਿਹੜੇ ਬੱਚੇ ਨਵੇਂ ਨੇ ਰਾਜੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਚਲੋ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਵੱਲ ਵਧਦੇ ਹਾਂ। ਤੁਸੀਂ ਆਪਣਾ ਲੈਵਲ ਵੀ ਚੈੱਕ ਕਰੀ ਜਾਇਓ ਕਿਉਂਕਿ ਇਹ ਸਾਰਾ ਕੁਝ ਮੈਂ ਕਰਾਇਆ ਹੋਇਆ ਜਿਹੜਾ ਪੇਪਰਾਂ ਦੇ ਵਿੱਚ ਆਇਆ। ਤਾਂ ਫਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਰਾਜੇ। ਇਹਦੇ ਵਿੱਚ ਫਸਟ ਕੁਐਸਚਨ ਕੀ ਕਹਿੰਦਾ ਸੀਗਾ ਕਿਉਂਕਿ ਇਹ ਪੇਪਰ ਸੌਖਾ ਆਇਆ ਸੀਗਾ ਤਾਂ CPU ਦੀ ਫੁੱਲ ਫਾਰਮ ਪੁੱਛ ਰਿਹਾ ਰਾਜੇ ਤਾਂ ਬਹੁਤ ਸੌਖਾ ਇਹਦੇ ਵਿੱਚ ਤੁਸੀਂ ਆਨਸਰ ਕਰ ਸਕਦੇ ਹੋ। ਵੈਸੇ ਜਿਹੜਾ ਬੱਚੇ ਦਾ ਪੇਪਰ ਲਿਆ ਮੈਂ ਉਹਨੇ ਟਿਕ ਕੀਤਾ ਹੋਇਆ ਤਾਂ ਇਹਦਾ ਰਾਈਟ ਆਨਸਰ ਬਣਦਾ ਜੀ ਸੈਂਟਰਲ ਪ੍ਰੋਸੈਸਿੰਗ ਯੂਨਿਟ। ਤਾਂ CPU ਨੂੰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ CPU ਨੂੰ ਕੀ ਕਹਿ ਦਿੰਦੇ ਆ ਰਾਜੇ ਬ੍ਰੇਨ ਆਫ ਐਨੀ ਕੰਪਿਊਟਰ ਸਿਸਟਮ ਕਹਿ ਦਿੰਦੇ ਆ। ਓਕੇ ਕਲੀਅਰ ਹੈ। ਇਸ ਤੋਂ ਇਲਾਵਾ ਹੁਣ CPU ਤੋਂ ਇਲਾਵਾ ਅਗਲੇ ਪੇਪਰਾਂ ਦੇ ਵਿੱਚ ਪੁੱਛਿਆ ਜਾ ਸਕਦਾ ਕੀ ਪੁੱਛਿਆ ਜਾ ਸਕਦਾ ਕਿ CPU ਦਾ ਇੱਕ ਪਾਰਟ ਹੁੰਦਾ ਰਾਜੇ CU ਜਿਹਨੂੰ ਕਹਿ ਦਿੰਦੇ ਆ ਕੰਟਰੋਲ ਯੂਨਿਟ। ਇਹਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਆ ਕਿ CU ਦੀ ਫੁੱਲ ਫਾਰਮ ਦੱਸ ਦਿਓ ਤਾਂ ਤੁਸੀਂ ਦੱਸ ਸਕਦੇ ਹੋ ਕੰਟਰੋਲ ਯੂਨਿਟ। ਇੱਕ ਪੁੱਛ ਲੈਂਦਾ ਹੁੰਦਾ ਰਾਜੇ ਠੀਕ ਹੈ ਜੀ ALU ਦੀ ਫੁੱਲ ਫਾਰਮ ਇਹ ਹੈਗਾ ਜੀ ਅਰਥਮੈਟਿਕ ਐਂਡ ਲੌਜਿਕ ਯੂਨਿਟ ਆਫ ਦਾ ਕੰਪਿਊਟਰ ਸਿਸਟਮ। ਤਾਂ ਕਲੀਅਰ ਹੈ। ਸਾਰੀਆਂ ਫੁੱਲ ਫਾਰਮ ਯਾਦ ਰੱਖਣੀਆਂ ਨੇ CPU ਦੀ ਵੀ ਯਾਦ ਰੱਖਣੀ ਹੈ CU ਵੀ ਐਂਡ ALU ਵੀ। ਨੈਕਸਟ ਮੂਵ ਕਰਦੇ ਹਾਂ ਅਗਲੇ ਕੁਐਸਚਨ ਵੱਲ ਆਪਾਂ। ਅਗਲਾ ਕੁਐਸਚਨ ਕੀ ਕਹਿੰਦਾ ਜੀ ਕਹਿੰਦਾ which of the following is not an input device। ਤਾਂ ਨੋਟ ਧਿਆਨ ਰੱਖਿਆ ਕਰੋ ਬੇਟੇ ਕਈ ਵਾਰੀ ਬੱਚਾ ਪੂਰਾ ਕੁਐਸਚਨ ਪੜ੍ਹਦਾ ਨਹੀਂ ਐਗਜ਼ਾਮ 'ਚ ਪ੍ਰੈਸ਼ਰ ਹੁੰਦਾ। ਆਪਾਂ ਪੜ੍ਹਦੇ ਹਾਂ ਜੀ which is the following input device। ਹਾਂਜੀ ਟੱਚ ਸਕਰੀਨ ਵੈਰੀ ਗੁੱਡ ਓਕੇ ਹੈ ਜੀ। ਪਰ ਜਦੋਂ ਆਨਸਰ ਕੀ ਆਉਂਦੀ ਹੈ ਫਿਰ ਆਪਾਂ ਕਹਿੰਦੇ ਯਾਰ ਮੇਰਾ ਕੁਐਸਚਨ ਗਲਤ ਹੋ ਗਿਆ ਤਾਂ ਪਲੀਜ਼ ਇੱਕ ਵਾਰੀ ਧਿਆਨ ਦੇ ਨਾਲ ਪੜ੍ਹ ਲਿਓ ਨੋਟ ਪੁੱਛਿਆ। ਤਾਂ ਟੱਚ ਸਕਰੀਨ ਜਿਹੜਾ ਹੁੰਦਾ ਰਾਜੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਸਾਰਿਆਂ ਕੋਲੇ ਸਮਾਰਟਫੋਨ ਹੋਣਗੇ ਸਾਰੇ ਟੱਚ ਸਕਰੀਨ ਯੂਜ਼ ਕਰਦੇ ਆ। ਤਾਂ ਟੱਚ ਸਕਰੀਨ ਵੈਸੇ ਬੇਸਿਕਲੀ ਇਨਪੁਟ ਵਾਸਤੇ ਯੂਜ਼ ਹੁੰਦਾ ਤਾਂ ਇਸ ਕਰਕੇ ਕੀ ਇੱਕ ਤਰ੍ਹਾਂ ਦੀ ਇਨਪੁਟ ਡਿਵਾਈਸ ਹੈ। ਆਪਟੀਕਲ ਸਕੈਨਰ ਕੀ ਹੁੰਦਾ ਰਾਜੇ ਸਕੈਨਰ ਕੀ ਕਰਦਾ ਰਾਜੇ ਇਹ ਸਕੈਨਰ ਆਪਣਾ ਕੀ ਕਰਦਾ ਹਾਰਡ ਕਾਪੀ ਟੂ ਸੌਫਟ ਕਾਪੀ ਕੀ ਕਰਦਾ ਕਨਵਰਟ ਕਰਦਾ। ਜਿਵੇਂ ਹੁਣ ਆਪਾਂ ਮੰਨ ਲਓ ਕੋਈ ਫਾਰਮ ਭਰਨਾ ਹੈ ਤਾਂ ਆਪਾਂ ਕੀ ਕਰਦੇ ਆ ਰਾਜੇ ਆਪਣੀ ਫੋਟੋ ਖਿੱਚ ਕੇ ਕੀ ਮੋਬਾਈਲ ਤੋਂ ਪਾ ਦਿੰਨੇ ਆ। ਪਹਿਲਾਂ ਐ ਨਹੀਂ ਹੁੰਦਾ ਸੀਗਾ ਮੇਰੇ ਕੋਲੇ ਪਾਸਪੋਰਟ ਸਾਈਜ਼ ਫੋਟੋ ਹੁੰਦੀ ਸੀਗੀ ਮੰਨ ਲਓ ਇਹ ਫੋਟੋ ਹੈ ਇਹ ਫੋਟੋ ਨੂੰ ਮੈਂ ਕੀ ਕਰਦਾ ਸੀ ਸਕੈਨਰ ਦੇ ਵਿੱਚ ਰੱਖਦਾ ਸੀਗਾ ਫਿਰ ਜਾ ਕੇ ਕਿਤੇ ਸੌਫਟ ਕਾਪੀ ਬਣਦੀ ਸੀਗੀ। ਤਾਂ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਦੋ ਤਰ੍ਹਾਂ ਦੇ ਸਕੈਨਰ ਹੁੰਦੇ ਰਾਜੇ ਇੱਕ ਫਲੈਟ ਬੈੱਡ ਹੁੰਦਾ ਇੱਕ ਹੁੰਦਾ ਹੈਂਡ ਹੈਲਡ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ। ਤੁਸੀਂ ਸ਼ੋਰੂਮ ਵਗੈਰਾ ਜਾਂਦੇ ਹੋ ਕੱਪੜੇ ਵਗੈਰਾ ਖਰੀਦਦੇ ਹੋ ਜਾਂ ਗਰੋਸਰੀ ਸਟੋਰ ਤੇ ਜਾਂਦੇ ਹੋ ਤੁਹਾਨੂੰ ਉੱਥੇ ਮਿਲ ਜਾਂਦਾ। ਇਹ ਹੈਗਾ ਜੀ ਹੈਂਡ ਹੈਲਡ ਇਹ ਵੀ ਆਪਟੀਕਲ ਸਕੈਨਰ ਹੈ। ਇੱਕ ਹੁੰਦਾ ਜੀ ਫਲੈਟ ਬੈੱਡ ਦਾ ਮਤਲਬ ਕੀ ਹੁੰਦਾ ਜਿਵੇਂ ਆ ਦੇਖੋ ਫੋਟੋਸਟੇਟ ਮਸ਼ੀਨ ਹੁੰਦੀ ਹੈ ਇਸ ਤਰ੍ਹਾਂ ਦਾ ਹੁੰਦਾ ਤਾਂ ਇਹ ਵੀ ਇੱਕ ਤਰ੍ਹਾਂ ਦਾ ਕੀ ਆਪਟੀਕਲ ਸਕੈਨਰ ਹੈ। ਤਾਂ ਇਹ ਕੀ ਹੋ ਗਿਆ ਜੀ ਇਨਪੁਟ ਡਿਵਾਈਸ ਹੋ ਗਿਆ। ਕੰਪਿਊਟਰ ਮਾਊਸ ਰਾਜੇ ਇਹ ਵੀ ਇੱਕ ਇਨਪੁਟ ਡਿਵਾਈਸ ਹੈ ਇਹਨੂੰ ਪੁਆਇੰਟਿੰਗ ਡਿਵਾਈਸ ਵੀ ਕਹਿ ਦਿੰਦੇ ਆ ਠੀਕ ਹੈ। ਬਾਕੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਕਿ ਕੰਪਿਊਟਰ ਮਾਊਸ ਦਾ ਇਨਵੈਂਟਰ ਕੌਣ ਹੈ ਠੀਕ ਹੈ। ਤਾਂ ਲਾਸਟ ਆਪਸ਼ਨ ਹੈ ਰਾਜੇ ਜਿਹੜਾ ਪਲੋਟਰ ਹੈਗਾ ਰਾਜੇ ਪਲੋਟਰ ਕੀ ਹੈ ਐਂ ਕਹਿ ਸਕਦੇ ਆ ਹਾਈ ਕੁਆਲਿਟੀ ਪ੍ਰਿੰਟਰ ਹੁੰਦਾ ਹੈ ਠੀਕ ਹੈ। ਪ੍ਰਿੰਟਰ ਕੀ ਕਰਦਾ ਰਾਜੇ ਪ੍ਰਿੰਟਰ ਕੀ ਕਰਦਾ ਸੌਫਟ ਕਾਪੀ ਟੂ ਹਾਰਡ ਕਾਪੀ ਕਰਦਾ ਸੇਮ ਵੇ ਪਲੋਟਰ ਵੀ ਕੀ ਕਰਦਾ ਰਾਜੇ ਸੌਫਟ ਕਾਪੀ ਟੂ ਹਾਰਡ ਕਾਪੀ ਬਟ ਇਹ ਵਰਤਿਆ ਕਿੱਥੇ ਆਂਦਾ ਜਿੱਥੇ ਨਕਸ਼ੇ ਵਗੈਰਾ ਹੁੰਦੇ ਆ ਜਿਆਦਾ ਬਿਲਡਿੰਗ ਦੇ ਜਿਹੜੇ ਆਰਕੀਟੈਕਚਰ ਹੁੰਦੇ ਆ ਉਹ ਯੂਜ਼ ਕਰਦੇ ਆ ਜਾਂ ਫਿਰ ਜਿਵੇਂ ਤੁਸੀਂ ਦੇਖਿਆ ਹੋਣਗੀਆਂ ਫਲੈਕਸਿੰਗ ਦੇਖੀਆਂ ਹੋਣਗੀਆਂ। ਹੁਣ ਜਿਵੇਂ ਭਗਵੰਤ ਮਾਨ ਜੀ ਕੀ ਬਣੇ ਨੇ CM ਬਣੇ ਨੇ ਥਾਂ ਥਾਂ ਤੇ ਲੱਗੇ ਹੋਏ ਇਹਨਾਂ ਨੇ ਕੀ ਕੇਜਰੀਵਾਲ ਤੇ CM ਦਾ ਧੰਨਵਾਦ ਭਗਵੰਤ ਮਾਨ ਜੀ ਦਾ ਧੰਨਵਾਦ ਹਨਾ। ਤਾਂ ਉਹ ਫਲੈਕਸਿੰਗ ਵਗੈਰਾ ਬਣਾਉਣ ਵਾਸਤੇ ਵੀ ਵਰਤਿਆ ਜਾਂਦਾ ਰਾਜੇ। ਤਾਂ ਤੁਹਾਨੂੰ ਫੋਟੋ ਦਿਖਾ ਦਿੰਦਾ ਮੈਂ ਦੇਖੋ ਫੋਟੋ ਕਿਹੜੀ ਹੈਗੀ ਉਹਦੀ ਤਾਂ ਆਹ ਹੈਗਾ ਜੀ ਤੁਹਾਡਾ ਪਲੋਟਰ ਠੀਕ ਹੈ ਜੀ ਆਹ ਪਲੋਟਰ ਦੀ ਫੋਟੋ ਹੈ ਤੁਸੀਂ ਦਰਸ਼ਨ ਕਰ ਲਓ ਪਲੋਟਰ ਦੇ। ਤਾਂ ਨੈਕਸਟ ਚੱਲਦੇ ਆਪਾਂ ਅਗਲੇ ਕੁਐਸਚਨ ਦੇ ਵੱਲ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਕੀ ਕਹਿੰਦਾ ਜੀ ਐਕਸੀਡੈਂਟਲੀ ਕਹਿੰਦਾ ਯੂ ਹੈਪਨਡ ਟੂ ਮੇਕ ਏ ਮਿਸਟੇਕ ਵਾਈਲ ਵਰਕਿੰਗ ਵਿਦ ਦਾ ਡਾਕੂਮੈਂਟ ਇਨ MS ਵਰਡ ਠੀਕ ਹੈ। MS ਵਰਡ ਦੇ ਵਿੱਚ ਤੁਸੀਂ ਕੋਈ ਕੰਮ ਕਰ ਰਹੇ ਹੋ ਐਕਸੀਡੈਂਟਲੀ ਤੁਹਾਡੇ ਕੋਲ ਕੋਈ ਮਿਸਟੇਕ ਹੋ ਜਾਂਦੀ ਹੈ ਕਹਿੰਦਾ ਵਟ ਸ਼ਾਰਟਕਟ ਕੀ ਯੂ ਵਿਲ ਯੂਜ਼ ਟੂ ਰਿਵਰਟ ਦਾ ਐਕਸ਼ਨ। ਮੰਨ ਲਓ ਕੁਝ ਵੀ ਲਿਖ ਲਓ ਮੰਨ ਲਓ ਮੈਂ ਇੱਥੇ ਲਿਖ ਲਿਆ ਸੀ ਹੈਲੋ ਮੈਂ ਹੈਲੋ ਲਿਖਿਆ ਹੈਲੋ ਤੋਂ ਬਾਅਦ ਮੈਂ ਕੀ ਹੈ ਮੇਰੇ ਤੋਂ ਮਿਸਟੇਕ ਹੋ ਗਈ ਮੈਂ ਗਲਤੀ ਨਾਲ ਕੀ ਕੀਤਾ ਉਹ ਕੱਟਤਾ ਠੀਕ ਹੈ ਗਲਤੀ ਨਾਲ ਮੇਰੇ ਤੋਂ ਉਹ ਕੱਟਿਆ ਗਿਆ ਤਾਂ ਸਪੈਲਿੰਗ ਗਲਤ ਹੋ ਗਈ। ਮੈਂ ਉਹ ਵਾਪਸ ਲੈ ਕੇ ਆਉਣਾ ਰਾਜੇ ਵਾਪਸ ਲੈ ਕੇ ਆਉਣ ਦਾ ਸਿੰਬਲ ਕਿਹੜਾ ਹੁੰਦਾ ਇਹ ਹੁੰਦਾ ਇਹਨੂੰ ਕਹਿ ਦਿੰਦੇ ਆ ਅਨਡੂ ਕੀ ਕਹਿ ਦਿੰਦੇ ਆ ਅਨਡੂ ਠੀਕ ਹੈ ਜੀ। ਤਾਂ ਇਹਦੀ ਸ਼ਾਰਟਕਟ ਕੀ ਕਿਹੜੀ ਹੁੰਦੀ ਹੈ ਬਹੁਤ ਵਾਰੀ ਪੁੱਛੀ ਜਾਂਦੀ ਹੈ ਇਹਦੀ ਸ਼ਾਰਟਕਟ ਕੀ ਹੈਗੀ ਹੈ ਜੀ Ctrl+Z ਠੀਕ ਹੈ। ਇੱਕ ਹੁੰਦਾ ਜੀ ਅੱਗੇ ਜਾਣ ਵਾਸਤੇ ਰਿਪੀਟ ਦਾ ਲਾਸਟ ਐਕਸ਼ਨ ਇਹਨੂੰ ਕਹਿ ਦਿੰਦੇ ਆ ਜੀ ਰੀਡੂ ਇਹਨੂੰ ਕੀ ਕਹਿ ਦਿੰਦੇ ਆ ਰੀਡੂ ਕਹਿ ਦਿੰਦੇ ਆ ਰਾਜੇ ਰੀਡੂ। ਇਹਦੀ ਸ਼ਾਰਟਕਟ ਕੀ ਹੈਗੀ ਹੈ Ctrl+Y ਇਹਨੂੰ ਕਹਿ ਦਾਂਗੇ ਆਪਾਂ ਰੀਡੂ। Ctrl+A ਕਾਦੇ ਵਾਸਤੇ ਹੁੰਦਾ ਰਾਜੇ ਸਿਲੈਕਟ ਆਲ
ਤੁਸੀਂ ਆਪਣੇ ਡਾਕੂਮੈਂਟ ਦੇ ਵਿੱਚ ਸਾਰਾ ਡਾਟਾ ਸਿਲੈਕਟ ਕਰਨਾ ਤਾਂ ਸਿਲੈਕਟ ਆਲ ਹੈ। ਕੰਟਰੋਲ ਐਕਸ ਕਾਹਦੇ ਵਾਸਤੇ ਹੁੰਦਾ ਰਾਜੇ? ਕੱਟ ਵਾਸਤੇ। ਇੱਕ ਹੁੰਦਾ ਕੱਟ, ਇੱਕ ਹੁੰਦਾ ਕਾਪੀ। ਠੀਕ ਹੈ, ਕੱਟ ਦਾ ਮਤਲਬ ਕੀ ਹੁੰਦਾ ਕਿ ਮੰਨ ਲਓ ਮੈਂ ਕੋਈ ਵਰਡ ਲਿਖਿਆ ਇੱਥੇ ਹੈਲੋ, ਹੈਲੋ ਵਰਡ ਨੂੰ ਮੈਂ ਕਿਸੇ ਹੋਰ ਜਗ੍ਹਾ ਤੇ ਪੇਸਟ ਕਰਨਾ ਹੈ। ਜੇ ਮੈਂ ਕਾਪੀ ਕਰਕੇ ਲੈ ਕੇ ਜਾਊਂਗਾ ਤਾਂ ਮੈਂ ਉਹਦੀ ਡੁਪਲੀਕੇਟ ਕਾਪੀ ਜਨਰੇਟ ਕਰ ਦੂੰਗਾ, ਪਰ ਜੇ ਮੈਂ ਕੱਟ ਕਰਕੇ ਲੈ ਕੇ ਜਾਊਂਗਾ ਉਹ ਵਰਡ ਇੱਥੋਂ ਕੱਟਿਆ ਜਾਊਗਾ, ਇੱਥੇ ਕੀ ਹੋ ਜਾਊਗਾ? ਪੇਸਟ ਹੋ ਜਾਊਗਾ। ਤਾਂ ਦੇਖੋ ਪੁਰਾਣੇ ਟਾਈਮ ਤੇ ਮਾਸਟਰ ਕਾਂਟਾ ਮਾਰ ਦਿੰਦੇ ਸੀ, ਕਹਿੰਦੇ ਕੱਟ ਦਿੰਦੇ ਸੀ ਆਪਣਾ ਕੁਐਸਚਨ ਵੀ ਇਹ ਗਲਤ ਹੈ, ਤੂੰ ਦੁਬਾਰਾ ਕਰਕੇ ਲੈ ਕੇ ਆ। ਤਾਂ ਕ੍ਰਾਸ ਤੋਂ ਯਾਦ ਰੱਖਣਾ, ਕਾਂਟੇ ਤੋਂ ਯਾਦ ਰੱਖਣਾ, ਕ੍ਰਾਸ ਤੋਂ ਐਕਸ। ਤਾਂ ਕੰਟਰੋਲ ਐਕਸ ਕਾਹਦੇ ਵਾਸਤੇ ਹੁੰਦਾ ਜੀ? ਕੱਟ ਵਾਸਤੇ। ਤਾਂ ਇੱਕ ਚੀਜ਼ ਹੋਰ ਯਾਦ ਰੱਖ ਲਿਓ ਰਾਜੇ, ਜਿਹੜੀਆਂ ਆਪਣੇ ਕੋਲੇ ਅਸੈਸ ਟੂਲ ਬਾਰ ਹੁੰਦਾ ਵਰਡ ਦੇ ਵਿੱਚ, ਇਹਨੂੰ ਕਹਿ ਦਿੰਦੇ ਆ ਅਸੈਸ ਟੂਲ ਬਾਰ, ਜਲਦੀ ਯੂਜ਼ ਕਰਨ ਵਾਸਤੇ। ਤੇ ਆਹ ਹੁੰਦਾ ਜੀ ਸੇਵ ਵਾਸਤੇ, ਆਹ ਹੁੰਦਾ ਜੀ ਅਨਡੂ ਦਾ ਸਿੰਬਲ ਹੈ, ਤੇ ਇਹ ਹੈਗਾ ਜੀ ਰੀਡੂ ਦਾ ਸਿੰਬਲ। ਤਾਂ ਯਾਦ ਰੱਖ ਲਿਓ, ਇਹ ਵੀ ਪੁੱਛਿਆ ਜਾਂਦਾ ਹੁੰਦਾ। ਇਹ ਸ਼ਾਰਟਕਟ ਕੀ ਹੈ? ਕੁਇਕ ਅਸੈਸ ਟੂਲ ਬਾਰ ਇਹਨੂੰ ਕਹਿ ਦਿੰਦੇ ਆ। ਠੀਕ ਹੈ ਜੀ, ਤਾਂ ਸਾਰਾ ਕੁਝ ਮੈਂ ਕਰਵਾਤਾ। ਨੈਕਸਟ ਮੂਵ ਕਰਦੇ ਹਾਂ ਆਪਾਂ ਅੱਗੇ। ਕਹਿੰਦਾ ਜੀ ਵਾਈਫਾਈ। ਠੀਕ ਹੈ, ਵਾਇਰਲੈਸ ਫਿਡਿਲਿਟੀ ਇਹਦੀ ਫੁੱਲ ਫਾਰਮ ਹੈ। ਤਾਂ ਵਾਈਫਾਈ ਕੀ ਕਹਿੰਦਾ ਜੀ? ਟਾਈਪ ਆਫ ਕੰਪਿਊਟਰ ਹੈ? ਨਹੀਂ ਜੀ, ਕਹਿੰਦਾ ਟਾਈਪ ਆਫ ਨੈਟਵਰਕ ਕੇਬਲ ਹੈ। ਕੇਬਲ ਨਹੀਂ ਹੈਗਾ ਜੀ, ਵਾਇਰਲੈਸ ਨੈਟਵਰਕ ਟੈਕਨੋਲੋਜੀ। ਠੀਕ ਹੈ ਜੀ, ਵਾਇਰਲੈਸ ਨੈਟਵਰਕਿੰਗ ਟੈਕਨੋਲੋਜੀ ਹੈ ਵਾਈਫਾਈ। ਠੀਕ ਹੈ ਜੀ, ਤਾਂ ਇਹ ਰਾਈਟ ਆਂਸਰ ਕੀ ਬਣਦਾ ਜੀ? ਸੀ ਬਣਦਾ। ਸਿੰਪਲ ਸੀਗਾ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਆਪਾਂ। ਬਹੁਤ ਵਧੀਆ ਕੁਐਸਚਨ ਹੈ। ਕਹਿੰਦਾ ਜੀ ਅਰੇਂਜ ਇਨ ਡਿਸੈਂਡਿੰਗ ਆਰਡਰ। ਅਸੈਂਡਿੰਗ ਵੀ ਪੁੱਛ ਸਕਦਾ ਹੈ, ਡਿਸੈਂਡਿੰਗ ਵੀ ਪੁੱਛ ਸਕਦਾ। ਇਹ ਮੈਮਰੀ ਦੇ ਯੂਨਿਟ ਹੈ ਰਾਜੇ। ਕੰਪਿਊਟਰ ਤੁਹਾਨੂੰ ਸਾਰਿਆਂ ਨੂੰ ਪਤਾ ਕਿਹਦੇ ਉੱਪਰ ਕੰਮ ਕਰਦਾ? ਬਾਈਨਰੀ ਉੱਪਰ ਕੰਮ ਕਰਦਾ ਹੈ ਹਨਾ, ਬਾਈਨਰੀ ਡਿਜਿਟ ਤੇ ਕੰਮ ਕਰਦਾ। ਬਾਈਨਰੀ ਕੀ ਹੁੰਦਾ ਜੀ? 0 ਤੇ 1 ਦੀ ਫਾਰਮ ਦੇ ਵਿੱਚ, ਕਿਉਂਕਿ ਬਾਈਨਰੀ ਦਾ ਬੇਸ ਕਿੰਨਾ ਹੁੰਦਾ? 2 ਹੁੰਦਾ। ਇਹ ਨੰਬਰ ਸਿਸਟਮ ਵੀ ਮੈਂ ਕਰਵਾਇਆ ਹੋਇਆ, ਕੰਪਿਊਟਰ ਦਾ ਸਭ ਕੁਝ ਕਰਵਾਇਆ ਹੋਇਆ, ਤੁਸੀਂ ਦੇਖ ਸਕਦੇ ਹੋ। ਠੀਕ ਹੈ, ਤਾਂ 0 ਕੀ ਹੋ ਗਿਆ ਰਾਜੇ? ਇੱਕ ਬਿਟ ਹੋ ਗਈ, ਸਿੰਗਲ ਬਿਟ ਕੀ ਹੋ ਗਈ? 0 ਹੋ ਗਈ। ਚਾਹੇ 1 ਹੈ ਵੀ ਇੱਕ ਸਿੰਗਲ ਬਿਟ ਹੈ। ਤਾਂ ਸਭ ਤੋਂ ਸਮੋਲੈਸਟ ਯੂਨਿਟ ਕਿਹੜਾ ਕੰਪਿਊਟਰ ਮੈਮਰੀ ਦਾ? ਬਿਟ ਹੈ। ਪਰ ਜੇ ਮੈਂ 4 ਬਿਟਸ ਨੂੰ ਜੋੜ ਦੂੰਗਾ, 4 ਬਿਟਸ ਅਗਰ ਮੈਂ ਜੋੜਦਾ ਕੀ ਬਣ ਜਾਂਦਾ ਰਾਜੇ? 1 ਨਿਬਲ ਬਣ ਜਾਂਦਾ। ਕੀ ਬਣ ਜਾਂਦਾ? 1 ਨਿਬਲ ਬਣ ਜਾਂਦਾ। ਸੇਮ ਵੇ ਅਗਰ ਮੈਂ 8 ਬਿਟਸ ਨੂੰ ਜੋੜ ਦੂੰਗਾ ਰਾਜੇ ਕੀ ਬਣ ਜਾਂਦਾ? 1 ਬਾਈਟ ਬਣ ਜਾਂਦਾ। ਇਸ ਤਰ੍ਹਾਂ ਅੱਗੇ ਅੱਗੇ ਚੱਲਦੇ ਰਹਿੰਦੇ ਆ। ਜੇ ਮੈਂ ਕਿਲੋ ਦੀ ਗੱਲ ਕਰਾਂ, 1 ਕਿਲੋ, ਅਗਰ ਆਪਾਂ ਡੇਲੀ ਲਾਈਫ ਦੀ ਗੱਲ ਕਰੀਏ, 1 ਕਿਲੋ ਕਿਹਦੇ ਬਰਾਬਰ ਹੁੰਦਾ? 1000 ਗ੍ਰਾਮ ਦੇ ਬਰਾਬਰ ਹੁੰਦਾ, 1000 ਦੇ ਬਰਾਬਰ ਹੁੰਦਾ। ਬਟ ਕੰਪਿਊਟਰ ਦੇ ਵਿੱਚ ਜਿਹੜਾ 1 ਕਿਲੋ ਬਾਈਟ ਹੁੰਦਾ, ਜੇ ਮੈਂ 1 ਕਿਲੋ ਬਾਈਟ ਦੀ ਗੱਲ ਕਰਾਂ ਤਾਂ 1000 ਨਹੀਂ ਹੁੰਦਾ, 1024 ਹੁੰਦਾ। 1024 ਹੁੰਦਾ, ਬਸ ਯਾਦ ਰੱਖ ਲਿਓ। ਤਾਂ 1 ਕਿਲੋ ਬਾਈਟ ਕਿਹਦੇ ਬਰਾਬਰ ਹੁੰਦਾ? 1024 ਬਾਈਟ ਦੇ ਬਰਾਬਰ। ਇਸ ਤਰ੍ਹਾਂ ਕਿਲੋ ਬਾਈਟ ਤੋਂ ਬਾਅਦ ਮੈਗਾਬਾਈਟ, ਗੀਗਾਬਾਈਟ, ਟੈਰਾਬਾਈਟ, ਪੀਟਾਬਾਈਟ ਸਾਰਾ ਕੁਝ ਆ ਜਾਊਗਾ। ਫਿਲਹਾਲ ਆਪਾਂ ਦੇਖਦੇ ਹਾਂ ਜੀ ਇਹਦੇ ਵਿੱਚ। ਤਾਂ ਇਹਦੇ ਵਿੱਚ ਅਗਰ ਮੈਂ ਗੱਲ ਕਰਾਂ, ਇਹਨਾਂ ਵਿੱਚੋਂ ਸਭ ਤੋਂ ਛੋਟਾ ਕਿਹੜਾ? 1 ਨੰਬਰ ਤੇ ਕਿਹੜਾ ਜੀ? ਕਿਲੋਬਾਈਟ ਸਭ ਤੋਂ ਛੋਟਾ ਹੈ। ਠੀਕ ਹੈ, ਉਸ ਤੋਂ ਬਾਅਦ ਕਿਲੋਬਾਈਟ ਤੋਂ ਬਾਅਦ ਆ ਗਿਆ ਜੀ ਮੈਗਾਬਾਈਟ 2 ਨੰਬਰ ਤੇ ਆ, ਗੀਗਾਬਾਈਟ 3 ਨੰਬਰ ਤੇ ਆ, 4 ਨੰਬਰ ਤੇ ਆ। ਉਹਨੇ ਕੀ ਕੀਤਾ ਸੀਗਾ ਜੀ? ਉਹ ਕਹਿੰਦਾ ਡਿਸੈਂਡਿੰਗ ਆਰਡਰ ਲਿਖੋ। ਤਾਂ 4, 3 ਤੇ 2 ਤੇ 1। 4 ਨੰਬਰ ਤੇ ਕਿਹੜਾ ਜੀ? ਟੈਰਾਬਾਈਟ ਹੈ। ਤਾਂ ਟੈਰਾਬਾਈਟ ਵਾਲੀ ਆਪਸ਼ਨ ਕਿਹੜੀ ਹੈ? 2 ਪਈਆਂ ਨੇ, ਇੱਕ ਆ ਤੇ ਇੱਕ ਆ। ਠੀਕ ਹੈ, ਅਗਲੇ ਨੰਬਰ ਤੇ ਕਿਹੜਾ ਹੋਣਾ ਚਾਹੀਦਾ? 2 ਨੰਬਰ ਵਾਲਾ ਮੈਗਾਬਾਈਟ। ਤਾਂ ਠੀਕ ਹੈ ਜੀ, ਮੈਗਾਬਾਈਟ ਨਹੀਂ ਹੋਣਾ ਚਾਹੀਦਾ, ਸੌਰੀ, ਮੈਂ ਇਹ ਡਿਸੈਂਡਿੰਗ ਆਰਡਰ ਦੇ ਵਿੱਚ ਹੈ ਨਾ। ਤਾਂ ਇਹਦੇ ਵਿੱਚ ਕੀ ਆ ਜੂਗਾ? ਪਹਿਲਾਂ ਗੀਗਾਬਾਈਟ ਆ ਜੂਗਾ 2 ਨੰਬਰ ਤੇ। ਅੱਛਾ, ਮੈਂ ਛੋਟੇ ਲਿਖੇ ਹੋਏ ਆ। ਠੀਕ ਹੈ, ਠੀਕ ਹੈ। ਤਾਂ 4 ਨੰਬਰ ਵਾਲਾ ਆ ਗਿਆ। 4 ਨੰਬਰ ਤੋਂ ਬਾਅਦ ਕੀ ਆ ਜੂਗਾ? 3 ਨੰਬਰ ਵਾਲਾ ਗੀਗਾਬਾਈਟ। ਤਾਂ 3 ਨੰਬਰ ਵਾਲਾ ਕੀ ਆ ਗਿਆ? ਗੀਗਾਬਾਈਟ ਆ ਗਿਆ, ਫਿਰ ਮੈਗਾਬਾਈਟ, ਫਿਰ ਕਿਲੋਬਾਈਟ। ਮੈਂ ਨੰਬਰਿੰਗ ਲਿਖੀ ਹੈ ਅਸੈਂਡਿੰਗ ਆਰਡਰ ਦੇ ਅਕੋਰਡਿੰਗ। ਮੈਂ ਤੁਹਾਨੂੰ ਨੰਬਰਿੰਗ ਚੇਂਜ ਹੀ ਕਰ ਦਵਾਂ, ਤੁਸੀਂ ਕਨਫਿਊਜ਼ ਹੀ ਨਾ ਹੋ ਜਾਓ ਕਿਤੇ ਮੇਰੇ ਵਾਂਗੂ, ਜਿਵੇਂ ਮੈਂ ਕਨਫਿਊਜ਼ ਹੋ ਗਿਆ। ਤਾਂ ਭਾਈ ਕਿਤੇ ਵੀ ਕਨਫਿਊਜ਼ ਹੋ ਸਕਦੇ ਆਪਾਂ। ਮੈਂ ਅਸੈਂਡਿੰਗ ਆਰਡਰ ਦੇ ਵਾਈਜ਼ ਲਿਖੀਆਂ ਸੀਗੀਆਂ, ਤੁਸੀਂ ਡਿਸੈਂਡਿੰਗ ਵਾਈਜ਼ ਲਿਖ ਲਿਓ। ਮੈਂ ਦੁਬਾਰਾ ਬੋਲ ਦਿੰਦਾ ਕਿ ਸਭ ਤੋਂ ਵੱਡੀ ਕਿਹੜੀ ਹੈ। ਠੀਕ ਹੈ ਜੀ, ਸਭ ਤੋਂ ਵੱਡੀ ਆਪਾਂ ਇਹ ਮੈਂ ਹੁਣ ਬੋਲ ਦਿੰਦਾ ਵੀ ਸਭ ਤੋਂ ਵੱਡੀ ਕਿਹੜੀ ਹੈਗੀ ਹੈ। ਆ ਦੇਖੋ, ਸਭ ਤੋਂ ਵੱਡੀ 1 ਨੰਬਰ ਤੇ ਕਿਹੜੀ ਹੈ ਜੀ? ਟੈਰਾਬਾਈਟ। ਠੀਕ ਹੈ, ਉਸ ਤੋਂ ਬਾਅਦ ਛੋਟੀ ਕਿਹੜੀ ਹੈ? ਉਸ ਤੋਂ ਬਾਅਦ ਗੀਗਾਬਾਈਟ, ਫਿਰ ਮੈਗਾਬਾਈਟ, ਫਿਰ ਕੀ ਹੈ? ਕਿਲੋਬਾਈਟ। ਹੁਣ ਮੈਂ ਡਿਸੈਂਡਿੰਗ ਆਰਡਰ 'ਚ ਲਿਖਿਆ। ਠੀਕ ਹੈ, ਅਕੋਰਡਿੰਗ ਟੂ ਕੁਐਸਚਨ। ਤਾਂ ਦੇਖੋ, ਸਭ ਤੋਂ ਪਹਿਲਾਂ ਟੈਰਾਬਾਈਟ ਆਉਣਾ ਸੀਗਾ। ਠੀਕ ਹੈ, 1 ਨੰਬਰ, ਫਿਰ ਗੀਗਾਬਾਈਟ ਆਉਣਾ ਸੀਗਾ, ਫਿਰ ਮੈਗਾਬਾਈਟ ਆਉਣਾ ਸੀਗਾ, ਫਿਰ ਕਿਲੋਬਾਈਟ ਆਉਣਾ ਸੀਗਾ। ਤਾਂ ਕਲੀਅਰ ਹੈ। ਜੇ ਅਸੈਂਡਿੰਗ ਆਰਡਰ ਦੇ ਵਿੱਚ ਪੁੱਛਦਾ ਰਾਜੇ, ਤਾਂ ਅਸੈਂਡਿੰਗ ਆਰਡਰ ਦੇ ਵਿੱਚ ਕੀ ਹੋ ਸਕਦਾ ਸੀਗਾ? ਸਭ ਤੋਂ ਪਹਿਲਾਂ ਕਿਲੋਬਾਈਟ ਆਊਗਾ। ਠੀਕ ਹੈ, ਫਿਰ ਕਿਲੋਬਾਈਟ ਤੋਂ ਬਾਅਦ ਕੀ ਆ ਜਾਊਗਾ ਜੀ ਤੁਹਾਡਾ? ਮੈਗਾਬਾਈਟ, ਫਿਰ ਗੀਗਾਬਾਈਟ, ਫਿਰ ਟੈਰਾਬਾਈਟ। ਤਾਂ ਕੁਝ ਵੀ ਪੁੱਛ ਸਕਦਾ ਤੁਹਾਨੂੰ। ਓਕੇ, ਇੱਕ ਵਾਰ ਤੁਹਾਨੂੰ ਕਰਾ ਕੇ ਜਾਣਾ, ਸਾਰੀਆਂ ਕਰਾ ਦਿੰਦਾ। ਆ ਦੇਖੋ, ਤੁਹਾਨੂੰ ਇੱਕ ਵਾਰੀ ਸਾਰੀਆਂ ਕਰਾ ਦਿੰਦਾ ਰਾਜੇ। ਇਹਦੇ ਵਿੱਚ ਮੈਂ ਤੁਹਾਨੂੰ ਕੀ ਆ, ਇਹ ਅਰੇਜ਼ ਕਰ ਦਿੰਦਾ। ਠੀਕ ਹੈ, ਇੱਕ ਵਾਰੀ ਮੈਂ ਅਰੇਜ਼ ਕਰਨ ਜਾ ਰਿਹਾ ਜਿਹੜਾ ਮੈਂ ਲਿਖਿਆ ਹੋਇਆ। ਹੁਣ ਦੇਖੋ, ਇੱਕ ਜਿਹੜੀ ਬਿਟ ਹੁੰਦੀ ਹੈ ਰਾਜੇ, ਉਹ ਕੀ ਹੁੰਦੀ ਹੈ? ਬਾਈਨਰੀ ਡਿਜਿਟ ਹੁੰਦੀ ਹੈ, ਤੇ ਸਭ ਤੋਂ ਸਮੋਲੈਸਟ ਯੂਨਿਟ ਹੁੰਦਾ ਹੈ। ਜੇ ਮੈਂ 8 ਬਿਟਸ ਨੂੰ ਜੋੜ ਦੂੰਗਾ ਤਾਂ 1 ਬਾਈਟ ਬਣ ਜੂਗਾ। ਬਾਈਟ ਤੇ ਬਿਟ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਬਾਈਟ ਕੀ ਹੋ ਗਿਆ? 8 ਬਿਟਸ ਦਾ ਕਲੈਕਸ਼ਨ ਹੋ ਗਈ। ਤਾਂ 1024 ਬਾਈਟਸ ਕਿਹਦੇ ਬਰਾਬਰ ਹੁੰਦੇ ਆ? 1 ਕਿਲੋਬਾਈਟ ਦੇ। ਕਿਲੋਬਾਈਟ ਤੋਂ ਬਾਅਦ ਕੀ ਆ ਗਿਆ? ਮੈਗਾਬਾਈਟ। ਤਾਂ 1024 ਕਿਲੋਬਾਈਟ ਆ ਗਈਆਂ ਇਹਦੇ ਵਿੱਚ। ਫਿਰ ਗੀਗਾਬਾਈਟ ਆ ਗਿਆ ਇਹਦੇ ਵਿੱਚ, 1024 ਮੈਗਾਬਾਈਟ ਆ ਗਈਆਂ। ਫਿਰ ਟੈਰਾਬਾਈਟ ਆ ਗਿਆ, ਫਿਰ ਪੀਟਾਬਾਈਟ, ਐਕਸਾਬਾਈਟ, ਜੀਟਾਬਾਈਟ, ਜੋਟਾਬਾਈਟ, ਬ੍ਰੋਂਟੋਬਾਈਟ। ਠੀਕ ਹੈ ਜੀ, ਇਹ ਸਾਰੇ ਕੀ ਨੇ ਕੰਪਿਊਟਰ ਦੇ। ਬਸ ਤੁਸੀਂ ਜੀਟਾਬਾਈਟ ਤੱਕ ਯਾਦ ਰੱਖ ਲਿਓ ਜਾਂ ਜੋਟਾਬਾਈਟ ਤੱਕ ਯਾਦ ਰੱਖ ਲਓ, ਇੰਨਾ ਬਹੁਤ ਹੈ। ਓਕੇ ਹੈ ਜੀ, ਤਾਂ ਇਹ ਸਾਰਾ ਕੁਝ ਤੁਸੀਂ ਪੜ੍ਹ ਲੈਣਾ ਧਿਆਨ ਦੇ ਨਾਲ।
ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਸੌਫਟਵੇਅਰ ਇਜ਼ ਯੂਜ਼ਡ ਫॉर ਬਿਜ਼ਨਸ ਐਨਾਲਿਸਿਸ। ਬਿਜ਼ਨਸ ਐਨਾਲਿਸਿਸ ਜਾਂ ਕਹਿ ਲਓ ਸਟੈਟਿਸਟੀਕਲ ਕੰਮਾਂ ਵਾਸਤੇ ਕਹਿ ਲਓ, ਮੈਥਮੈਟੀਕਲ ਕੰਮਾਂ ਵਾਸਤੇ ਕਹਿ ਲਓ, ਤਾਂ ਰਾਜੇ ਤੁਹਾਡਾ ਜਿਹੜਾ ਐਕਸਲ ਹੈਗਾ, ਮਾਈਕਰੋਸਾਫਟ ਐਕਸਲ, ਇਹ ਯੂਜ਼ ਹੁੰਦਾ। ਠੀਕ ਹੈ ਜੀ। ਵਰਡ ਕਾਹਦੇ ਵਾਸਤੇ ਹੁੰਦਾ ਰਾਜੇ? ਡਾਕੂਮੈਂਟ ਵਾਸਤੇ। ਵਰਡ ਕਾਹਦੇ ਵਾਸਤੇ ਹੁੰਦਾ ਰਾਜੇ? ਡਾਕੂਮੈਂਟ ਵਾਸਤੇ ਯੂਜ਼ ਹੁੰਦਾ। ਠੀਕ ਹੈ। ਅਸੈਸ ਮੈਂ ਅੱਗੇ ਜਾ ਕੇ ਦੱਸਦਾ। ਅਸੈਸ ਐਜ਼ ਏ ਡਾਟਾਬੇਸ ਯੂਜ਼ ਹੁੰਦਾ ਹੈ। ਐਜ਼ ਏ ਡਾਟਾਬੇਸ। ਡਾਟਾਬੇਸ ਕੀ ਹੁੰਦਾ? ਜਿੱਥੇ ਆਪਾਂ ਕੋਈ ਆਪਣਾ ਡਾਟਾ ਸਟੋਰ ਕਰਕੇ ਰੱਖ ਸਕਦੇ ਆ। ਜਿਵੇਂ ਮੰਨ ਲਓ ਤੁਸੀਂ ਨੋਟਸ ਬਣਾ ਕੇ ਰੱਖਦੇ ਹੋ, ਕਿਉਂਕਿ ਤੁਹਾਨੂੰ ਐਗਜ਼ਾਮ ਦੇ ਨੇੜੇ ਜਾ ਕੇ ਨੋਟਸ ਦੀ ਕੀ ਪੈਂਦੀ ਹੈ? ਜ਼ਰੂਰਤ ਪੈਂਦੀ ਹੈ। ਤਾਂ ਡਾਟਾਬੇਸ ਕੀ ਹੁੰਦਾ? ਜਿੱਥੇ ਆਪਾਂ ਡਾਟਾ ਸੰਭਾਲ ਕੇ ਰੱਖਦੇ ਹਾਂ, ਇਨ ਫਿਊਚਰ ਆਪਾਂ ਨੂੰ ਲੋੜ ਪੈਂਦੀ ਹੈ। ਤਾਂ ਐਕਸਲ ਦੀ ਰਾਜੇ ਜਿਹੜੀ ਹੈਗੀ ਹੈ ਐਕਸਟੈਂਸ਼ਨ ਕੀ ਹੁੰਦੀ ਹੈ? .xls। ਇਹ ਹੈਗੀ 2003 ਦੀ। ਉਸ ਤੋਂ ਬਾਅਦ ਜਿੰਨੇ ਵੀ ਵਰਜ਼ਨ ਆਏ ਆ, ਚਾਹੇ 7, 11, 13, 19, ਠੀਕ ਹੈ, ਉਹਦੀ ਹੈਗੀ ਹੈ XLSX। ਠੀਕ ਹੈ, ਯਾਦ ਰੱਖ ਲਿਓ। ਇਹ ਹੈਗੀ ਹੈ ਜੀ ਐਕਸਲ ਦੀ ਐਕਸਟੈਂਸ਼ਨ। ਨੈਕਸਟ ਮੂਵ ਕਰਦੇ ਹਾਂ ਆਪਾਂ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਏ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ। ਤਾਂ ਬੱਚਾ ਗਲਤ ਕਰਕੇ ਆਇਆ ਭਾਈ। ਡਾਟਾਬੇਸ ਜਿਹੜਾ MS ਡਾਟਾਬੇਸ ਨਹੀਂ ਹੁੰਦਾ ਜੀ, ਕੋਈ ਵੀ MS ਅਸੈਸ ਹੁੰਦਾ। ਆਪਣੇ ਕੋਲ ਨਾ ਇੱਕ MS ਆਫਿਸ ਮਿਲਦਾ ਹੈ। MS ਆਫਿਸ ਦਾ ਮਤਲਬ ਕੀ ਹੈ? ਕਿ ਮਾਈਕਰੋਸਾਫਟ ਕੰਪਨੀ ਹੈ, ਉਹ ਬਣਾਉਂਦੀ ਹੈ MS ਆਫਿਸ। ਉਹਦੇ ਵਿੱਚ ਕੀ ਹੁੰਦਾ? MS ਆਫਿਸ ਦੇ ਵਿੱਚ ਕੀ ਹੁੰਦਾ? ਇੱਕ ਤਾਂ ਐਕਸਲ ਹੁੰਦਾ, ਇੱਕ ਕੀ ਹੁੰਦਾ ਰਾਜ ਆਪਣੇ ਕੋਲੇ? MS ਵਰਡ ਹੁੰਦਾ। ਠੀਕ ਹੈ, ਪਾਵਰ ਪੁਆਇੰਟ ਹੁੰਦਾ, ਇੱਕ ਕੀ ਹੁੰਦਾ? ਆਊਟਲੁੱਕ, ਉਹ ਹੁੰਦਾ ਈਮੇਲ, ਇਹ ਈਮੇਲ ਵਾਸਤੇ ਹੁੰਦਾ ਆਊਟਲੁੱਕ। ਇੱਕ ਹੁੰਦਾ ਜੀ MS ਅਸੈਸ, ਇਹ ਡਾਟਾਬੇਸ ਵਾਸਤੇ ਹੁੰਦਾ। ਤਾਂ MS ਅਸੈਸ ਆਊਗਾ ਰਾਜੇ ਰਾਈਟ ਆਂਸਰ। MS ਅਸੈਸ ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਉਹਦਾ ਲੋਗੋ ਦਿਖਾ ਦਿੰਦਾ। ਆਹ ਉਹਦਾ ਲੋਗੋ ਹੁੰਦਾ। ਠੀਕ ਹੈ ਜੀ। ਤੇ ਉਹਦਾ ਇੰਟਰਫੇਸ ਦਿਖਾ ਦਿੰਦਾ। ਇੰਟਰਫੇਸ ਕੀ ਹੁੰਦਾ? ਮਤਲਬ ਉਹਦੇ ਵਿੱਚ ਇਸ ਤਰ੍ਹਾਂ ਆਪਾਂ ਟੇਬਲ ਬਣਾ ਸਕਦੇ ਹਾਂ। ਆ ਟੇਬਲ 1 ਬਣਾਇਆ ਹੋਇਆ ਟੇਬਲ ਦੀ ਆਈਡੀ ਫੀਲਡ ਹੋ ਜਾਂਦੀ ਹੈ, ਉਹ 'ਚ ਆਪਾਂ ਕੁਐਰੀਜ਼ ਲਗਾ ਸਕਦੇ ਹਾਂ, ਰਿਪੋਰਟ ਜਨਰੇਟ ਕਰ ਸਕਦੇ ਹਾਂ। ਇਹ ਇਹਦਾ ਇੰਟਰਫੇਸ ਹੈ। ਠੀਕ ਹੈ ਜੀ। ਤਾਂ MS ਅਸੈਸ ਰਾਈਟ ਆਂਸਰ ਆਊਗਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਇਫ ਸਮਵਨ ਹੈਜ਼ ਸੈਂਟ ਯੂ ਏ ਸਪੈਮ। ਸਪੈਮ ਹੁੰਦਾ ਰਾਜੇ ਅਨਵਾਂਟਡ ਮੈਸੇਜ ਕਹਿ ਸਕਦੇ ਹਾਂ ਆਪਾਂ। ਲਾਈਕ ਜਿਵੇਂ ਤੁਸੀਂ ਕਿਸੇ ਵੈਬਸਾਈਟ ਤੇ ਵਿਜ਼ਿਟ ਕੀਤਾ, ਤਾਂ ਤੁਹਾਡਾ ਡਾਟਾ ਕੀ ਚਲਾ ਜਾਂਦਾ? ਉਸ ਵੈਬਸਾਈਟ ਕੋਲ ਚਲਾ ਜਾਂਦਾ। ਮੰਨ ਲਓ ਤੁਸੀਂ ਸਨੈਪਡੀਲ ਤੇ ਗਏ, ਉੱਥੇ ਕੋਈ ਵੀ ਸੇਲ ਲੱਗਦੀ, ਆਪਾਂ ਨੂੰ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਕਿਉਂਕਿ ਆਪਾਂ ਇੱਕ ਵਾਰੀ ਉੱਥੇ ਵਿਜ਼ਿਟ ਕੀਤਾ, ਆਪਣਾ ਡਾਟਾ ਕੀ ਹੈ ਉਹਨਾਂ ਕੋਲ ਚਲਾ ਗਿਆ। ਤਾਂ ਉਹ ਅਨਵਾਂਟਡ ਮੈਸੇਜ ਹੈ। ਐਕਚੁਅਲੀ ਉਹ ਕੋਈ ਮਤਲਬ ਕਿ ਹੈਕਿੰਗ ਨਹੀਂ ਹੈਗੀ, ਬਟ ਉਹ ਅਨਵਾਂਟਡ ਹੁੰਦੇ ਆ। ਤਾਂ ਉਹ ਕਿਹੜੇ ਫੋਲਡਰ ਵਿੱਚ ਚਲੇ ਜਾਂਦੇ ਆ? ਸਪੈਮ ਫੋਲਡਰ ਵਿੱਚ ਚਲੇ ਜਾਂਦੇ ਆ। ਤਾਂ ਸਪੈਮ ਕੀ ਹੋ ਗਿਆ ਰਾਜੇ? ਸੈਂਟ ਯੂ ਅਨਸੋਲੀਕੇਟਡ ਈਮੇਲ। ਅਨਸੋਲੀਕੇਟਡ ਕਹਿ ਸਕਦੇ ਆ, ਅਨਵਾਂਟਡ ਕਹਿ ਸਕਦੇ ਆ। ਠੀਕ ਹੈ, ਇੱਕੋ ਹੀ ਗੱਲ ਹੈ, ਜੋ ਮਰਜ਼ੀ ਵਰਡ ਯੂਜ਼ ਕਰ ਲਿਓ। ਕਲੀਅਰ ਹੈ। ਤਾਂ ਤੁਹਾਡਾ ਤੁਸੀਂ ਜੀਮੇਲ ਦੇਖਿਆ ਹੋਊਗਾ ਜਾਂ ਕੋਈ ਹੋਰ ਤੁਸੀਂ ਮੇਲ ਯੂਜ਼ ਕਰਦੇ ਹੋ, ਉਹਦੇ ਵਿੱਚ ਵੀ ਇੱਕ ਸਪੈਮ ਫੋਲਡਰ ਹੁੰਦਾ ਰਾਜੇ। ਸਪੈਮ ਫੋਲਡਰ ਦੇ ਵਿੱਚ ਆ ਵਾਰਨਿੰਗ ਹੁੰਦੀ ਹੈ ਕਿ ਮੰਨ ਲਓ ਇਹਦੇ ਵਿੱਚ ਕੀ ਆ ਸਕਦੇ ਆ? ਆਪਣੇ ਅਨਵਾਂਟਡ ਮੈਸੇਜ ਆ ਸਕਦੇ ਆ, ਬਟ ਇਹ ਹਾਰਮਫੁਲ ਨਹੀਂ ਹੁੰਦੇਗੇ। ਇਹ ਹਾਰਮਫੁਲ ਨਹੀਂ ਹੁੰਦੇ ਆਪਣੇ ਕੰਪਿਊਟਰ ਵਾਸਤੇ, ਬਟ ਇਹ ਹੁੰਦੇ ਅਨਵਾਂਟਡ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਫੁੱਲ ਫਾਰਮ ਆਫ USB ਬਹੁਤ ਸੌਖਾ ਰਾਜੇ। USB ਕੀ ਹੁੰਦੀ ਹੈ? ਪੈਨ ਡਰਾਈਵ, ਹਨਾ। ਤਾਂ ਯੂਨੀਵਰਸਲ ਸੀਰੀਅਲ ਬੱਸ। ਯੂਨੀਵਰਸਲ ਸੀਰੀਅਲ ਬੱਸ ਇਜ਼ ਦਾ ਰਾਈਟ ਆਂਸਰ। ਅੱਗੇ ਚੱਲਦੇ ਹਾਂ ਜੀ ਆਪਾਂ। ਵੈਰੀ ਇੰਪੋਰਟੈਂਟ ਕੁਐਸਚਨ ਆ ਗਿਆ, ਜੇਲ੍ਹ ਸੁਪਰਡੈਂਟ ਦੇ ਕੁਐਸਚਨ ਦੇ ਵਿੱਚ ਵੀ ਆਇਆ ਸੀਗਾ। ਲਾਇਬ੍ਰੇਰੀ ਸਾਇੰਸ, ਲੀਗਲ ਕਲਰਕ, PTE+ ਬੋਰਡ ਦੇ ਹਰ ਇੱਕ ਪੇਪਰ 'ਚ ਪੁੱਛਿਆ ਜਾਂਦਾ ਹੈ। ਪਹਿਲਾਂ ਤਾਂ ਆਪਾਂ ਇਹਦੀ ਫੁੱਲ ਫਾਰਮ ਦੀ ਗੱਲ ਕਰਦੇ ਹਾਂ ਰਾਜੇ। ਇਹ ਈਮੇਲ ਦੇ ਵਿੱਚ ਯੂਜ਼ ਹੁੰਦਾ। ਤਾਂ ਇਹ CC ਦਾ ਮਤਲਬ ਹੁੰਦਾ ਕਾਰਬਨ ਕਾਪੀ। ਕਾਰਬਨ ਕਾਪੀ। ਹੁਣ ਤੁਸੀਂ ਦੇਖੋ ਰਾਜੇ, ਤੁਸੀਂ ਛੋਟੇ ਹੁੰਦਿਆਂ ਨੇ ਦੇਖਿਆ ਹੋਊਗਾ ਇੱਕ ਕਾਰਬਨ ਪੇਪਰ ਆਉਂਦਾ, ਅੱਜ ਕੱਲ੍ਹ ਕਚਹਿਰੀਆਂ 'ਚ ਫੇਰ ਵਰਤਦੇ ਆ ਉਹ, ਕਿ ਮੰਨ ਲਓ ਮੈਂ ਕੋਈ 2 ਕਾਪੀ ਜਨਰੇਟ ਕਰਨੀਆਂ, ਵਿੱਚ ਕਾਰਬਨ ਪੇਪਰ ਰੱਖ ਦਿੰਦੇ, ਥੱਲੇ ਇੱਕ ਹੋਰ ਪੇਜ ਰੱਖ ਦਿੰਦੇ ਆ। ਮੈਂ ਜੋ ਵੀ ਇੱਥੇ ਲਿਖਦਾ, ਇੱਥੇ ਲਿਖਿਆ ਜਾਂਦਾ। ਤਾਂ ਕਾਰਬਨ ਕਾਪੀ ਕੀ ਹੋ ਗਿਆ? ਕਿ ਆਪਾਂ ਕੋਈ ਡੁਪਲੀਕੇਟ ਕਾਪੀ ਕਿਸੇ ਹੋਰ ਨੂੰ ਭੇਜਣੀ ਆ। ਤਾਂ BCC ਜਿੱਥੇ ਬੱਚੇ ਬਹੁਤ ਭੁਲੇਖਾ ਖਾਂਦੇ ਆ, ਇਹਦੀ ਉੱਥੇ ਆਪਸ਼ਨ ਕੀ ਪਾਉਂਦਾ ਬੋਰਡ? ਬਲੈਂਕ ਕਾਰਬਨ ਕਾਪੀ। ਇਹ ਬਲੈਂਕ ਨਹੀਂ ਹੁੰਦੀ ਰਾਜੇ, ਬਲਾਈਂਡ ਕਾਰਬਨ ਕਾਪੀ ਹੁੰਦੀ ਹੈ। ਕੀ ਹੁੰਦੀ ਹੈ? ਬਲਾਈਂਡ ਕਾਰਬਨ ਕਾਪੀ। ਇਹਨੂੰ ਮੈਂ ਸਮਝਾਉਣਾ ਤੁਹਾਨੂੰ ਧਿਆਨ ਦੇ ਨਾਲ, ਫਿਰ ਤੁਸੀਂ ਆਨਸਰ ਕਰ ਸਕਦੇ ਹੋ। ਪਹਿਲਾਂ ਤੁਹਾਨੂੰ ਮੈਂ ਸਮਝਾ ਦਿੰਦਾ। ਮੰਨ ਲਓ ਕੀ ਹੁੰਦਾ ਵੀ ਮੈਂ ਈਮੇਲ ਸੈਂਡ ਕਰਨੀ ਹੈ। ਈਮੇਲ ਸੈਂਡ ਕਰਨੀ ਹੈ, ਮੰਨ ਲਓ ਮੈਂ ਸੈਂਡ ਕਰਨੀ ਹੈ। ਠੀਕ ਹੈ, ਆ ਮੇਰਾ ਈਮੇਲ ਐਡਰੈਸ ਹੈ। ਫਰੋਮ ਦਾ ਮਤਲਬ ਕੀ ਹੁੰਦਾ? ਜਿੱਥੋਂ ਆ ਰਹੀ ਹੈ। ਫਰੋਮ ਦਾ ਮਤਲਬ ਜਿੱਥੋਂ ਆਪਾਂ ਨੂੰ ਆ ਰਹੀ ਹੈ। ਟੂ ਦਾ ਮਤਲਬ ਜਿਹਨੂੰ ਜਾਣੀ ਹੈ। ਮੰਨ ਲਓ ਆ ਕੀ ਸੀਗਾ? ਮੰਨ ਲਓ ਮੈਂ ਬੌਸ ਹਾਂ, ਮੈਂ ਕੰਪਨੀ ਦਾ ਕੀ ਆ? ਮਾਲਕ ਹੈ, ਬੌਸ ਹਾਂ। ਇਹ ਮੇਰਾ ਕੀ ਹੈ? ਟੀਮ ਲੀਡਰ ਹੈ। ਇਹ ਮੇਰਾ ਕੀ ਹੈ ਜੀ? ਟੀਮ ਲੀਡਰ ਹੈ। ਠੀਕ ਹੈ। ਤਾਂ ਇਹ ਬੰਦੇ ਨੇ ਅੱਗੇ, ਇਸ ਬੰਦੇ ਨੂੰ ਮੈਂ ਕਹਿਣਾ ਕੰਮ ਕਰ, ਇਹਨੇ ਅੱਗੇ ਬੰਦਿਆਂ ਦਾ ਕੰਮ ਕਰਾਉਣਾ ਹੈ। ਤਾਂ ਮੈਂ ਇਹਨੂੰ ਇੱਕ ਮੇਲ ਭੇਜਤੀ, ਭਾਈ ਇੰਨਾ ਕੰਮ ਕਰਾ ਦੇ। ਤਾਂ ਇਹਨੇ ਅੱਗੇ ਜਿਹੜੇ ਇਹਦੇ ਬੰਦੇ ਹੈਗੇ ਰੱਖੇ ਆ, ਮੰਨ ਲਓ ਹਜੇ ਮੈਂ BCC ਦੀ ਗੱਲ ਨਹੀਂ ਕਰ ਰਿਹਾ, ਸਿਰਫ CC ਦੀ ਗੱਲ ਕਰਦਾ। ਇਹਨੇ ਅੱਗੇ ਬੰਦੇ ਰੱਖੇ ਹੋਏ ਆ। ਇਹਨੇ ਮੰਨ ਲਓ ਕਿ ਆਹ ਬੰਦੇ ਨੂੰ ਵੀ ਸੈਂਡ ਕਰਤੀ ਹੈ, ਆਹ ਬੰਦੇ ਨੂੰ ਵੀ ਸੈਂਡ ਕਰਤੀ ਮੇਲ। ਤਾਂ ਹੁਣ ਜਦੋਂ ਮੇਲ ਆਊਗੀ, ਇਸ ਬੰਦੇ ਨੂੰ ਵੀ ਮਿਲੂਗੀ 231 ਵਾਲੇ ਨੂੰ, ਤੇ 8 ਵਾਲੇ ਨੂੰ ਵੀ ਮਿਲੂਗੀ। ਤਾਂ ਇਹਨੂੰ ਐਂ ਪਤਾ ਲੱਗ ਜੂਗਾ ਵੀ ਇਸ ਬੰਦੇ ਨੂੰ ਵੀ ਮੇਲ ਆਈ ਹੈ। ਤਾਂ ਇਹਨੂੰ ਪਤਾ ਲੱਗ ਜੂਗਾ ਵੀ ਇਸ ਤੋਂ ਆਈ ਹੈ ਮੇਲ, ਤੇ ਕੀਤੀ ਕਿਹਨੇ? ਸਾਡੇ ਬੌਸ ਨੇ ਕੀਤੀ ਹੈ। ਸਾਡੇ ਟੀਮ ਲੀਡਰ ਨੂੰ ਵੀ ਆਈ ਹੈ ਮੇਲ, ਸਾਨੂੰ ਵੀ ਆਈ ਹੈ, ਮੇਰੇ ਨਾਲ ਦੇ ਕਲੀਗ ਨੂੰ ਵੀ ਆਈ ਹੈ। ਤਾਂ ਇਹਦੇ ਵਿੱਚ ਕਾਰਬਨ ਕਾਪੀ ਹੁੰਦੀ ਆ ਵੀ ਹਰੇਕ ਬੰਦਾ ਦੇਖ ਸਕਦਾ ਹੈ। ਬਟ ਅਗਰ ਸਿਕਿਉਰਿਟੀ ਪਰਪਸ ਵਾਸਤੇ ਮੈਂ ਚਾਹਣਾ ਵੀ ਜਦੋਂ ਮੈਂ ਆ ਮੇਲ ਮੇਰੇ ਬੌਸ ਨੇ ਸੈਂਡ ਕੀਤੀ ਹੈ,
ਇਹ ਪਤਾ ਨਾ ਲੱਗੇ ਇਸ ਬੰਦੇ ਨੂੰ ਕਿ ਟੀਮ ਕਿਹੜੇ ਕਿਹੜੇ ਹੋਰ ਬੰਦਿਆਂ ਨੂੰ ਗਈ ਹੈ, ਵੀ ਹੋਰ ਕਿਹੜੇ ਕਿਹੜੇ ਬੰਦਿਆਂ ਨੂੰ ਗਈ ਹੈ, ਟੀਮ ਲੀਡਰ ਨੂੰ ਗਈ ਹੈ ਕਿ ਨਹੀਂ ਗਈ, ਮੇਰੇ ਕਲੀਗ ਨੂੰ ਗਈ ਹੈ ਕਿ ਨਹੀਂ ਗਈ। ਤਾਂ ਮੈਂ ਉਹੀ ਐਡਰੈਸ ਅਗਰ BCC ਦੇ ਵਿੱਚ ਪਾਉਂਗਾ ਤਾਂ ਇਹਨੂੰ ਐ ਲੱਗੂਗਾ ਕਿ ਇੰਡੀਵਿਜੂਅਲੀ ਮੈਨੂੰ ਮੇਲ ਆਈ ਹੈ, ਇਹਨੂੰ ਵੀ ਐ ਲੱਗੂਗਾ ਇੰਡੀਵਿਜੂਅਲੀ ਮੈਨੂੰ ਮੇਲ ਆਈ ਹੈ, ਇਹਨੂੰ ਐ ਲੱਗੂਗਾ ਇੰਡੀਵਿਜੂਅਲੀ ਮੈਨੂੰ ਮੇਲ ਆਈ ਹੈ। ਤਾਂ ਇੱਕ ਦੂਜੇ ਨੂੰ ਮੇਲ ਆਈ ਹੈ ਕਿ ਨਹੀਂ ਆਈ ਇਹਨਾਂ ਨੂੰ ਪਤਾ ਨਹੀਂ ਲੱਗੂਗਾ। ਤਾਂ ਆਈ ਹੋਪ ਤੁਸੀਂ ਕਲੀਅਰ ਹੋ ਗਿਆ ਹੋਊਗਾ। ਜਿਵੇਂ ਆਪਾਂ ਮੰਨ ਲਓ WhatsApp ਤੇ ਗਰੁੱਪ ਬਣਾਈਏ, ਆਪਾਂ ਕੋਈ ਮੈਸੇਜ ਸੈਂਡ ਕਰੀਏ ਸਾਰੇ ਗਰੁੱਪ ਨੂੰ ਮਿਲ ਜੂਗਾ, ਬਟ ਉੱਥੇ ਅਗਰ ਆਪਾਂ ਕੀ ਹੈ ਇੱਕ ਲਿਸਟ ਬਣਾਈਏ, ਲਿਸਟ ਦੇ ਵਿੱਚ ਕੀ ਹੈ ਕਿ ਆਪਾਂ ਨੂੰ ਕੱਲੇ ਕੱਲੇ ਨੂੰ ਮੈਸੇਜ ਮਿਲੂਗਾ, ਗਰੁੱਪ ਦੇ ਵਿੱਚ ਨਹੀਂ ਮਿਲੂਗਾ। ਤਾਂ ਠੀਕ ਹੈ ਜੀ, ਤਾਂ ਕਲੀਅਰ ਹੈ। ਇਹਦੇ ਵਿੱਚ ਆਪਾਂ ਹੁਣ ਕੁਐਸਚਨ ਪੜ੍ਹਦੇ ਹਾਂ। ਦੇਖੋ ਕੁਐਸਚਨ ਕੀ ਕਹਿੰਦਾ, ਕੁਐਸਚਨ ਪੜ੍ਹ ਲੈਣੇ ਆਪਾਂ, ਠੀਕ ਹੈ। ਇਹਨੂੰ ਮੈਂ ਇੱਕ ਵਾਰੀ ਅਰੇਜ਼ ਕਰ ਦਵਾਂ, ਜਿਹੜੀ ਚੀਜ਼ ਮੈਂ ਲਿਖੀ ਸੀਗੀ ਇਹਨੂੰ ਮੈਂ ਕਰਨ ਲੱਗਾ ਜੀ ਅਰੇਜ਼, ਤੁਸੀਂ ਇਹਨੂੰ ਯਾਦ ਕਰ ਲਿਓ। ਹੁਣ ਕਹਿੰਦਾ ਕੀ ਹੈ ਜੀ, ਕਹਿੰਦਾ ਵਾਟ ਇਜ਼ ਦ ਡਿਫਰੈਂਸ ਬਿਟਵੀਨ ਦ CC ਐਂਡ BCC ਵੈਨ ਸੈਂਡਿੰਗ ਮੇਲ। ਤਾਂ ਪਹਿਲਾਂ ਕਹਿੰਦਾ ਜੀ BCC ਸਪੋਰਟ ਅਟੈਚਮੈਂਟ, ਇਹ ਪਹਿਲਾਂ ਗਲਤ ਹੈ ਜੀ, ਦੋਨੇ ਸਪੋਰਟ ਕਰਦੇ ਆ। ਕਹਿੰਦਾ ਜੀ CC ਡਾਟਾ ਇਜ਼ ਸੈਂਟ ਅਨਇਨਕ੍ਰਿਪਟਡ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ। ਬੱਚੇ ਨੇ ਜਿਹੜਾ ਲਾਇਆ ਇਹ ਵੀ ਗਲਤ ਹੈ। ਕਹਿੰਦਾ BCC ਹਾਈਡ ਦਾ ਸੈਂਟਰ ਈਮੇਲ ਐਡਰੈਸ, ਭਾਈ ਸੈਂਟਰ ਦਾ ਐਡਰੈਸ ਨਹੀਂ ਇਹ ਹਾਈਡ ਕਰਦਾ, ਇਹ ਰੈਸੀਪੀਐਂਟ ਦਾ ਕਰਦਾ ਜਿਹਨੂੰ ਆਪਾਂ ਭੇਜਣੀ ਆ। ਤਾਂ ਰਾਈਟ ਆਂਸਰ ਬਣਦਾ ਕਹਿੰਦਾ BCC ਹਾਈਡ ਆਲ ਦਾ ਰੈਸੀਪੀਐਂਟ ਈਮੇਲ ਐਡਰੈਸਿਸ ਵਾਈਲ CC ਡਜ਼ ਨਾਟ। ਤਾਂ ਤੁਹਾਨੂੰ ਮੈਂ ਕਰਕੇ ਦਿਖਾ ਦੇਣਾ, ਦੇਖੋ ਕਰਕੇ ਦਿਖਾਇਆ ਨਾ ਕਿ ਜਿਹੜੇ ਆਪਾਂ ਜਿਹਨੂੰ ਆਪਾਂ ਸੈਂਡ ਕਰਨੀ ਆ ਉਹਨਾਂ ਦੇ ਐਡਰੈਸ ਕੀ ਕਰੂਗਾ, BCC ਕੀ ਕਰ ਦੂਗਾ, ਹਾਈਡ ਕਰ ਦੂਗਾ। ਠੀਕ ਹੈ, ਸੈਂਟਰ ਦਾ ਨਹੀਂ ਕਰਦਾ। ਸੈਂਟਰ ਕੌਣ ਹੈ, ਸੈਂਟਰ ਤਾਂ ਆਪਣਾ ਬੌਸ ਹੈ। ਤਾਂ ਸੈਂਟਰ ਦਾ ਐਡਰੈਸ ਤਾਂ ਆਪਾਂ ਹਾਈਡ ਕਰ ਹੀ ਨਹੀਂ ਸਕਦੇ, ਆਪਾਂ ਰੈਸੀਪੀਐਂਟ ਤਾਂ ਕਰ ਸਕਦੇ ਆ ਵੀ ਕਿਹਨੂੰ ਕਿਹਨੂੰ ਆਪਾਂ ਸੈਂਡ ਕਰਨੀ ਆ। ਤਾਂ ਰਾਈਟ ਆਂਸਰ ਕੀ ਬਣ ਗਿਆ, D ਬਣ ਗਿਆ। ਦੇਖੋ ਕਾਫੀ ਅੱਛਾ ਕੁਐਸਚਨ ਸੀਗਾ, ਵਧੀਆ ਲੈਵਲ ਦਾ। ਅੱਗੇ ਗੱਲ ਕਰਦੇ ਆ ਜੀ ਆਪਾਂ, ਕਹਿੰਦਾ ਜੀ ਫੁੱਲ ਫਾਰਮ ਆਫ PNG। PNG ਕੀ ਹੈ ਰਾਜੇ, ਇੱਕ ਇਮੇਜ ਫਾਈਲ ਹੈ। ਇਮੇਜ ਫਾਈਲ ਦਾ ਕੀ ਹੈ, ਇੱਕ ਫਾਰਮੈਟ ਹੈ PNG। ਤਾਂ PNG ਕੀ ਹੁੰਦਾ ਰਾਜੇ, ਪੋਰਟੇਬਲ ਨੈਟਵਰਕ ਗ੍ਰਾਫਿਕਸ। ਤਾਂ ਧਿਆਨ ਦੇ ਨਾਲ ਗ੍ਰਾਫ ਨਹੀਂ ਹੈਗਾ, ਪੋਰਟੇਬਲ ਨੈਟਵਰਕ ਗ੍ਰਾਫਿਕਸ ਹੁੰਦਾ। ਤਾਂ ਇਸ ਤੋਂ ਇਲਾਵਾ ਦੋ ਹੋਰ ਹੁੰਦੀਆਂ ਜਿਹੜੀਆਂ ਪੁੱਛੀਆਂ ਜਾਂਦੀਆਂ ਰਾਜੇ, ਇੱਕ JPEG ਜਿਹਨੂੰ ਕਹਿ ਦਿੰਦੇ ਆ ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ, ਇੱਕ ਹੁੰਦੀ ਹੈ ਜੀ ਤੁਹਾਡੀ GIF ਜਿਹਨੂੰ ਕਹਿ ਦਿੰਦੇ ਆ ਗ੍ਰਾਫਿਕਸ ਇੰਟਰਚੇਂਜ ਫਾਰਮੈਟ। ਇਹ ਸਾਰੀਆਂ ਪੁੱਛੀਆਂ ਜਾਂਦੀਆਂ ਹੁੰਦੀਆਂ ਤੁਹਾਡੇ PT+ ਬੋਰਡ ਦੇ ਵਿੱਚ, ਤਾਂ ਧਿਆਨ ਦੇ ਵਿੱਚ ਤਿੰਨੇ ਯਾਦ ਕਰ ਲੈਣੀਆਂ। ਨੈਕਸਟ ਚੱਲਦੇ ਹਾਂ ਜੀ ਆਪਾਂ, ਵਧੀਆ ਕੁਐਸਚਨ ਆ ਜੀ। ਕਹਿੰਦਾ ਇਹ ਫਿਜ਼ੀਕਲ ਲੋਕੇਸ਼ਨ ਵੇਅਰ ਪੀਪਲ ਮੇ obtain ਦਾ ਇੰਟਰਨੈਟ ਅਸੈਸ ਟਿਪੀਕਲ ਯੂਜ਼ਿੰਗ ਵਾਈਫਾਈ ਟੈਕਨੋਲੋਜੀ ਦਾ ਥਰੂ, ਕਹਿੰਦਾ ਵਾਇਰਲੈਸ ਲੋਕਲ ਏਰੀਆ ਨੈਟਵਰਕ ਇਜ਼ ਕਾਲਡ। ਮੰਨ ਲਓ ਤੁਸੀਂ ਕਿਤੇ ਬੈਠੇ ਹੋ, ਉੱਥੇ ਤੁਹਾਨੂੰ ਰੇਂਜ ਮਿਲ ਰਹੀ ਹੈ ਵਾਈਫਾਈ ਦੀ, ਤੁਸੀਂ ਕਹਿੰਦੇ ਯਾਰ ਆਪਾਂ ਨੂੰ ਫ੍ਰੀ ਚ ਵਾਈਫਾਈ ਮਿਲ ਰਿਹਾ, ਆਪਾਂ ਇਹਨੂੰ ਯੂਜ਼ ਕਰ ਲਈਏ, ਉੱਥੇ ਕੋਈ ਪਾਸਵਰਡ ਨਹੀਂ ਲੱਗਾ ਹੋਇਆ। ਜਾਂ ਫਿਰ ਤੁਸੀਂ ਕਹਿ ਦਿੰਦੇ ਆਪਣੇ ਦੋਸਤ ਨੂੰ ਯਾਰ ਤੁਸੀਂ ਆਪਣੀ ਵਾਈਫਾਈ ਦੀ ਜਿਹੜੀ ਪੋਰਟੇਬਲ ਹੌਟਸਪੌਟ ਆ ਔਨ ਕਰ ਦੇ। ਤਾਂ ਤੁਸੀਂ ਦੇਖਿਆ ਹੋਊਗਾ ਜਿਹੜੇ ਹੌਟਸਪੌਟ ਸਭ ਨੂੰ ਪਤਾ ਨਾ ਇਹ ਸਿੰਬਲ ਆ ਜਾਂਦਾ ਵਾਈਫਾਈ ਦਾ। ਤਾਂ ਹੌਟਸਪੌਟ ਆਪਾਂ ਯੂਜ਼ ਕਰ ਲੈਂਦੇ ਆ, ਠੀਕ ਹੈ। ਤਾਂ ਹੌਟਸਪੌਟ ਦਾ ਮਤਲਬ ਕੀ ਹੁੰਦਾ, ਜਿੱਥੇ ਆਪਣੇ ਕੋਲੇ ਅਸੈਸ ਹੁੰਦੀ ਹੈ, ਜਿੱਥੇ ਆਪਣੇ ਕੋਲੇ ਫੈਸਿਲਿਟੀ ਹੁੰਦੀ ਹੈ ਇੰਟਰਨੈਟ ਅਸੈਸ ਕਰਨ ਦੀ, ਉਹਨੂੰ ਕਹਿ ਦਿੰਦੇ ਆ ਜੀ ਹੌਟਸਪੌਟ। ਕੀ ਕਹਿ ਦਿੰਦੇ ਆ, ਹੌਟਸਪੌਟ। ਕਲੀਅਰ ਹੈ ਜੀ। ਚਲੋ ਜੀ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆ। ਵੈਰੀ ਇੰਪੋਰਟੈਂਟ ਕੁਐਸਚਨ, ਵੈਸੇ ਮੈਂ ਤਾਂ ਪ੍ਰੈਕਟੀਕਲ 2-3 ਵਾਰੀ ਕਰਾ ਚੁੱਕਿਆ। ਕਾਊਂਟਾ ਫੰਕਸ਼ਨ ਕੀ ਕਰਦਾ ਰਾਜੇ, ਕਾਊਂਟਾ ਫੰਕਸ਼ਨ ਕੀ ਕਰਦਾ ਰਾਜੇ, ਇਹ ਨੂਮੈਰਿਕ ਪਲੱਸ ਜਿਹੜਾ ਅਲਫਾਬੈਟਿਕਲੀ ਜਿਹੜਾ ਹੁੰਦਾ ਡਾਟਾ, ਉਹਨੂੰ ਕੀ ਕਰਦਾ, ਕਾਊਂਟ ਕਰਨ ਵਾਸਤੇ ਹੁੰਦਾ। ਤਾਂ ਕਹਿੰਦਾ ਜੀ ਕਾਊਂਟਿੰਗ ਹੈਵਿੰਗ ਅਲਫਾਬੈਟ, ਇਹ ਵੀ ਠੀਕ ਹੈ ਜੀ। ਕਾਊਂਟਿੰਗ ਕਹਿੰਦਾ ਐਮਟੀ ਸੈੱਲ, ਠੀਕ ਹੈ ਜੀ। ਤਾਂ ਕਾਊਂਟਿੰਗ ਸੈੱਲ ਹੈਵਿੰਗ ਨੰਬਰ, ਬਟ ਇਹ ਐਮਟੀ ਸੈੱਲ ਨੂੰ ਕਾਊਂਟ ਨਹੀਂ ਕਰਦਾ, ਠੀਕ ਹੈ। ਇਹ ਨੰਬਰ ਵੀ ਕਾਊਂਟ ਕਰਦਾ, ਅਲਫਾਬੈਟ ਵੀ ਕਾਊਂਟ ਕਰਦਾ, ਇਸ ਕਰਕੇ ਦੋਨੇ ਆਪਸ਼ਨ ਤਾਂ ਠੀਕ ਹੈ। ਲੇਕਿਨ ਜਿਹੜੀ ਬੈਸਟ ਆਪਸ਼ਨ ਹੈਗੀ ਹੈ, ਕਹਿੰਦਾ ਜੀ ਕਾਊਂਟ ਨਾਨ ਐਮਟੀ ਸੈੱਲ। ਤਾਂ ਨਾਨ ਐਮਟੀ ਦੇ ਵਿੱਚ ਕੀ ਆ ਜਾਊਗਾ, ਜਾਂ ਤਾਂ ਨੂਮੈਰਿਕ ਡਾਟਾ ਆ ਜਾਊਗਾ ਜਾਂ ਫਿਰ ਕੀ ਆ ਜਾਊਗਾ, ਅਲਫਾਬੈਟਸ ਆ ਜਾਣਗੇ। ਤੁਹਾਨੂੰ ਮੈਂ ਕਰਕੇ ਦਿਖਾ ਦਿੰਦਾ ਪ੍ਰੈਕਟੀਕਲੀ, ਥੋੜਾ ਜਿਹਾ 5 ਮਿੰਟ ਦਾ ਕੰਮ ਹੈ। ਜੇ ਕਿਸੇ ਨੇ ਪ੍ਰੈਕਟੀਕਲ ਨਹੀਂ ਦੇਖਿਆ, ਵੈਸੇ ਮੈਂ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਮੰਨ ਲਓ ਮੇਰੇ ਕੋਲ ਡਾਟਾ ਰਾਜੇ, ਇਹਦੇ ਵਿੱਚ ਅਗਰ ਦੇਖੋ ਮੈਂ ਨੂਮੈਰਿਕ ਡਾਟਾ ਵੀ ਪਾਇਆ ਹੋਇਆ, ਅਲਫਾਬੈਟ ਪਾਏ ਆ B ਤੇ A। ਇੱਕ ਫੰਕਸ਼ਨ ਹੁੰਦਾ ਕਾਊਂਟ, ਜੇ ਮੈਂ ਕਾਊਂਟ ਫੰਕਸ਼ਨ ਦੀ ਵਰਤੋਂ ਕਰੂੰਗਾ, ਕਾਊਂਟ ਸਿਰਫ ਕੀ ਕਰਦਾ ਰਾਜੇ, ਨੂਮੈਰਿਕ ਡਾਟਾ ਕਾਊਂਟ ਕਰਦਾ। ਜੇ ਮੈਂ ਕਾਊਂਟ ਦੇਖੋ, ਕਾਊਂਟ ਤੋਂ ਬਾਅਦ ਮੈਂ ਕੀ ਕੀਤੀ, ਰੇਂਜ ਦੇਤੀ। ਤਾਂ ਤੁਸੀਂ ਦੇਖੋ ਡਾਟਾ ਹੈ ਕਿੰਨਾ ਐਕਚੁਅਲ ਦੇ ਵਿੱਚ, ਡਾਟਾ ਕਿੰਨਾ ਹੈਗਾ 1 2 3 4 5 6 ਸੈੱਲ ਨੇ ਮੇਰੇ ਕੋਲ, ਬਟ ਇੱਥੇ ਮੇਰੇ ਕੋਲ ਆਂਸਰ ਕੀ ਆਊਗਾ 4 ਆ ਗਿਆ, ਕਿਉਂਕਿ ਉਹਨੇ ਕੀ ਕੀਤਾ, ਦੋ ਅਲਫਾਬੈਟ ਨਾਲ ਕਾਊਂਟ ਨਹੀਂ ਕੀਤੇ, ਕਿਹਨੇ, ਕਾਊਂਟ ਨੇ। ਬਟ ਕਾਊਂਟਾ ਫੰਕਸ਼ਨ ਕੀ ਕਰਦਾ ਰਾਜੇ, ਕਾਊਂਟਾ ਫੰਕਸ਼ਨ ਕੀ ਕਰਦਾ, ਇਹ ਸਾਰੇ ਕੁਝ ਨੂੰ ਕੀ ਕਰਦਾ, ਕਾਊਂਟ ਕਰਦਾ। ਤਾਂ ਕਾਊਂਟਾ ਫੰਕਸ਼ਨ ਮੈਂ ਯੂਜ਼ ਕਰ ਲਿਆ। ਜਦੋਂ ਮੈਂ ਹੁਣ ਐਂਟਰ ਕਰੂੰਗਾ ਤਾਂ ਇੱਥੇ ਕੀ ਆ ਗਿਆ 6, ਕਿਉਂਕਿ ਕਾਊਂਟਾ ਕੀ ਕਰਦਾ ਰਾਜੇ, ਨਾਨ ਐਮਟੀ ਸੈੱਲ ਨੂੰ ਕਾਊਂਟ ਕਰਦਾ, ਉਹਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ, ਚਾਹੇ ਅਲਫਾਬੈਟ ਨੇ ਚਾਹੇ ਨੂਮੈਰਿਕ ਨੇ। ਮੰਨ ਲਓ ਮੈਂ ਇੱਥੇ ਕੋਈ ਡਿਲੀਟ ਕਰ ਦਿੰਦਾ, ਤਾਂ ਇਹ ਦੇਖੋ ਐਮਟੀ ਸੈੱਲ ਨੂੰ ਨਹੀਂ ਕਰਦਾ। ਤਾਂ ਐਮਟੀ ਸੈੱਲ ਨੂੰ ਨਹੀਂ ਕਰਦਾ ਕਰਕੇ ਕੀ ਆਪਣਾ ਆਂਸਰ ਕੀ ਨਹੀਂ ਬਣਿਆ, ਆ ਸੈਕੰਡ ਵਨ ਕਰਕੇ ਆਪਣਾ ਆਂਸਰ ਕੀ ਨਹੀਂ ਬਣਿਆ, ਕਿਉਂਕਿ ਇਹ ਕਹਿੰਦਾ ਕਾਊਂਟ ਐਮਟੀ ਸੈੱਲ, ਠੀਕ ਹੈ ਜੀ। ਬਟ ਇਹ ਕਰਦਾ ਕੀ, ਇਹ ਕਾਊਂਟ ਨਾਨ ਐਮਟੀ ਸੈੱਲ ਨੂੰ ਕਰਦਾ, ਅਲਫਾਬੈਟ ਪਲੱਸ ਨੂਮੈਰਿਕ ਡਾਟਾ। ਨੈਕਸਟ ਚੱਲਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਯੂਜ਼ਡ ਐਜ਼ ਅ ਸੈਕੰਡਰੀ ਸਟੋਰੇਜ। ਤਾਂ ਮੈਗਨੈਟਿਕ ਟੇਪ ਰਾਜੇ ਯੂਜ਼ ਹੁੰਦੀ ਸੀ ਪਹਿਲਾਂ ਪੁਰਾਣੇ ਟਾਈਮ ਤੇ, ਜਿਹਨੂੰ ਆਪਾਂ ਰੀਲ ਕਹਿ ਦਿੰਦੇ ਆ, ਠੀਕ ਹੈ, ਜਿਹਦਾ A ਸਾਈਡ B ਸਾਈਡ ਆਪਾਂ ਗਾਣੇ ਸੁਣਦੇ ਸੀਗੇ। ਕੰਪੈਕਟ ਡਿਸਕ ਹੋ ਗਈ ਤੁਹਾਡੀ, CD ਹੋ ਗਈ, ਠੀਕ ਹੈ, ਇਹ ਵੀ ਯੂਜ਼ ਹੁੰਦੀ ਹੈ। ਹਾਰਡ ਡਿਸਕ ਵੀ ਯੂਜ਼ ਹੁੰਦੀ ਹੈ। ਪਰ ਜਿਹੜੀ ਸੈਮੀ ਕੰਡਕਟਰ ਮੈਮਰੀ ਹੁੰਦੀ ਹੈ ਰਾਜੇ, ਰਾਈਟ ਆਂਸਰ ਹੈ। ਸੈਮੀ ਕੰਡਕਟਰ ਮੈਮਰੀ ਕਿਹੜੀ ਹੁੰਦੀ ਹੈ, ਜਿਹੜੀ RAM ਹੁੰਦੀ ਹੈ,
ठीक है जी, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਐਸ ਰੈਮ, ਸਟੈਟਿਕ ਰੈਮ ਕਹਿ ਦਿੰਦੇ ਆ, ਡਾਇਨਾਮਿਕ ਰੈਮ ਕਹਿ ਦਿੰਦੇ ਆ। ਇਹ ਇੱਕ ਤਰ੍ਹਾਂ ਦੀ ਸੈਮੀਕੰਡਕਟਰ ਮੈਮਰੀ ਹੁੰਦੀ ਹੈ। ਇਹ ਵੋਲੇਟਾਈਲ ਇਨ ਨੇਚਰ ਹੁੰਦੀ ਹੈ। ਮੰਨ ਲਓ ਵੋਲੇਟਾਈਲ ਦਾ ਮਤਲਬ ਕੀ ਹੁੰਦਾ ਹੈ ਕਿ ਮੰਨ ਲਓ ਕੰਪਿਊਟਰ ਨੂੰ ਆਪਾਂ ਲਾਈਟ ਚਲੀ ਗਈ, ਕੰਪਿਊਟਰ ਬੰਦ ਹੋ ਗਿਆ ਜਾਂ ਆਪਾਂ ਪਾਵਰ ਆਫ ਕਰਤੀ ਤਾਂ ਜੋ ਡਾਟਾ ਉਹਦੇ ਵਿੱਚ ਹੋਊਗਾ ਉਹ ਰੇਜ਼ ਹੋ ਜਾਊਗਾ ਵਿਦਆਊਟ ਸੇਵ ਕੀਤੇ। ਠੀਕ ਹੈ ਜੀ, ਤਾਂ ਇਹਨੂੰ ਕਹਿ ਦਿੰਦੇ ਆ ਸੈਮੀਕੰਡਕਟਰ ਮੈਮਰੀ। ਤਾਂ ਰਾਈਟ ਆਨਸਰ ਕੀ ਹੈ ਜੀ, ਸੈਮੀਕੰਡਕਟਰ ਮੈਮਰੀ ਨੂੰ ਆਪਾਂ ਸੈਕੰਡਰੀ ਸਟੋਰੇਜ ਵਜੋਂ ਨਹੀਂ ਵਰਤ ਸਕਦੇ। ਇਹ ਮੇਨ ਮੈਮਰੀ ਹੁੰਦੀ ਹੈ, ਪ੍ਰਾਇਮਰੀ ਮੈਮਰੀ ਹੁੰਦੀ ਹੈ। ਨੈਕਸਟ ਗੱਲ ਕਰਦੇ ਹਾਂ ਜੀ, ਕਹਿੰਦਾ 5th ਜਨਰੇਸ਼ਨ ਜਿਹੜੇ ਕੰਪਿਊਟਰ ਆ ਕਿਹਦੇ ਉੱਪਰ ਬੇਸ ਨੇ, ਤਾਂ ਸਾਰਾ ਕੁਝ ਯਾਦ ਰੱਖਣਾ ਰਾਜੇ। ਜਿਹੜਾ ਚੌਥਾ 4th ਜਨਰੇਸ਼ਨ ਹੈ, 3rd ਜਨਰੇਸ਼ਨ ਦੇ ਵਿੱਚ ਕੀ ਆ ਗਿਆ ਸੀਗਾ, ਮਾਈਕਰੋ ਪ੍ਰੋਸੈਸਰ ਆ ਗਿਆ ਸੀਗਾ। 3rd ਜਨਰੇਸ਼ਨ ਦੇ ਵਿੱਚ ਮਾਈਕਰੋ ਪ੍ਰੋਸੈਸਰ ਆ ਗਿਆ ਸੀ। 4th ਦੇ ਵਿੱਚ ਕੀ ਆ ਗਿਆ ਸੀਗਾ, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਚਿਪ ਆ ਗਈ ਸੀਗੀ। ਤੇ 5th ਦੇ ਵਿੱਚ ਆ ਗਈ ਸੀਗੀ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਚਿਪ, ਜਿਹਨੂੰ ਮਾਈਕਰੋ ਪ੍ਰੋਸੈਸਰ ਵੀ ਕਹਿ ਸਕਦੇ ਆ, ਚਿਪ ਵੀ ਕਹਿ ਸਕਦੇ ਆ। ਤਾਂ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ, ਠੀਕ ਹੈ ਜੀ, ULSI। ਇਸ ਤੋਂ ਇਲਾਵਾ ਜਿਹੜਾ 5th ਜਨਰੇਸ਼ਨ ਹੈ ਰਾਜੇ, ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਯੂਜ਼ ਹੋਈ ਸੀਗੀ, ਜਿਹਨੂੰ ਆਪਾਂ ਰੋਬੋਟਿਕ ਟੈਕਨੋਲੋਜੀ ਬੋਲ ਦਿੰਦੇ ਆ। ਅੱਗੇ ਗੱਲ ਕਰਦੇ ਆ, ਫਿਰ ਦੇਖੋ ਇਹਦਾ ਆਨਸਰ ਤੁਸੀਂ ਆਪ ਕਰਨਾ ਜੇ ਤੁਹਾਨੂੰ ਸੀਸੀ ਤੇ BCC ਸਮਝ ਆ ਗਿਆ। ਕਹਿੰਦਾ ਜੀ ਡੈਸ਼ ਅਲਾਓ ਯੂ ਟੂ ਸੈਂਡ ਕਾਪੀਜ਼ ਆਫ ਯੂਅਰ ਈਮੇਲ ਟੂ ਦਾ ਮਲਟੀਪਲ ਕੰਟੈਕਟ ਵਿਦਆਊਟ ਰਿਵੀਲਿੰਗ ਦਾ ਈਮੇਲ ਐਡਰੈਸ। ਮਤਲਬ ਕਿ ਈਮੇਲ ਐਡਰੈਸ ਦੱਸੇ ਬਿਨਾ ਹਰੇਕ ਬੰਦੇ ਨੂੰ ਮਲਟੀਪਲ ਕਾਪੀਜ਼ ਭੇਜਣੀਆਂ। ਠੀਕ ਹੈ ਜੀ, ਉਹ ਕੌਣ ਭੇਜੂਗਾ, ਸੀਸੀ ਭੇਜੂਗਾ, BCC ਭੇਜੂਗਾ ਜਾਂ ਦੋਨੇ ਭੇਜਣਗੇ। ਤੁਸੀਂ ਇਹਦਾ ਆਨਸਰ ਮੈਨੂੰ ਕਮੈਂਟ ਬਾਕਸ 'ਚ ਕਰਨਾ ਹੈ। ਤਾਂ ਪਲੀਜ਼ ਕਮੈਂਟ ਜ਼ਰੂਰ ਕਰਕੇ ਜਾਇਓ ਤਾਂ ਜੋ ਮੈਨੂੰ ਪਤਾ ਲੱਗੇ ਕਿ ਤੁਸੀਂ ਧਿਆਨ ਦੇ ਨਾਲ ਵੀਡੀਓ ਦੇਖਦੇ ਹੋ। ਅੱਗੇ ਚੱਲਦੇ ਹਾਂ ਜੀ, ਕਹਿੰਦਾ ਇਨ ਦਾ ਨੈਟਵਰਕਿੰਗ, ਕਹਿੰਦਾ ਫੁੱਲ ਫਾਰਮ ਆਫ NIC। ਇਹਨੂੰ ਰਾਜੇ ਨੈਟਵਰਕ ਕਾਰਡ ਵੀ ਕਹਿ ਦਿੰਦੇ ਆ, ਇਥਰਨੈਟ ਕਾਰਡ ਵੀ ਕਹਿ ਦਿੰਦੇ ਆ। ਠੀਕ ਹੈ, ਨੈਟਵਰਕ ਇੰਟਰਫੇਸ ਕਾਰਡ ਇਹਦਾ ਫੁੱਲ ਫਾਰਮ ਹੈਗੀ ਆ, ਨੈਟਵਰਕ ਇੰਟਰਫੇਸ ਕਾਰਡ। ਠੀਕ ਹੈ ਜੀ, ਇਹਦੀ ਕੀ ਆ ਜੀ, ਰਾਈਟ ਆਪਸ਼ਨ ਨੈਟਵਰਕ ਇੰਟਰਫੇਸ ਕਾਰਡ। ਇਹ ਵਰਤਿਆ ਕਾਹਦੇ ਵਾਸਤੇ ਜਾਂਦਾ ਹੈ ਕਿ ਮੰਨ ਲਓ ਤੁਹਾਡੇ ਘਰ ਦੇ ਵਿੱਚ ਕੀ ਇੱਕ ਕੇਬਲ ਆ ਰਹੀ ਹੈ ਨੈਟਵਰਕ ਦੀ, ਠੀਕ ਹੈ, ਮਤਲਬ ਇੰਟਰਨੈਟ ਦੀ ਕੇਬਲ ਆ ਰਹੀ ਹੈ, ਤਾਂ ਤੁਹਾਡੇ ਕੰਪਿਊਟਰ ਦੇ ਵਿੱਚ ਕੀ ਆ, ਅਟੈਚ ਹੋਊਗੀ। ਜੇ ਤੁਸੀਂ ਵਾਇਰਲੈਸ ਨਹੀਂ ਯੂਜ਼ ਕਰ ਰਹੇ ਤਾਂ ਉਹ ਕੀ ਹੈ, ਮੋਡਮ ਤੋਂ। ਆ ਮੰਨ ਲਓ ਮੋਡਮ ਹੈ, ਆ ਮੰਨ ਲਓ ਤੁਹਾਡਾ ਕੰਪਿਊਟਰ ਦਾ CPU ਆ, ਇਹਦੇ ਵਿੱਚ ਪਿੱਛੇ ਕੀ ਹੋਊਗਾ, ਸਲੌਟ ਹੋਊਗਾ, ਬਲੂ ਕਲਰ ਦੀ ਆਪਾਂ ਵਾਇਰ ਯੂਜ਼ ਕਰਦੇ ਆ। ਤਾਂ ਤੁਹਾਨੂੰ ਮੈਂ ਦਿਖਾ ਦਿੰਦਾ ਰਾਜੇ, ਆ ਹੁੰਦਾ ਜੀ ਨੈਟਵਰਕ ਇੰਟਰਫੇਸ ਕਾਰਡ। ਇਹ ਪਿੱਛੇ ਤੁਹਾਡੇ ਜਿਹੜਾ ਇਥਰਨੈਟ ਪੋਰਟ ਹੁੰਦਾ ਜਿੱਥੇ ਆਪਣੀ ਵਾਇਰ ਲੱਗਦੀ ਹੈ, ਇਹ ਤੁਹਾਡੇ PC ਦੇ ਵਿੱਚ ਕੀ ਲੱਗ ਜਾਂਦਾ, CPU ਦੇ ਵਿੱਚ ਲੱਗ ਜਾਂਦਾ। ਠੀਕ ਹੈ ਜੀ, ਇਹ ਵਾਇਰਡ ਇੰਟਰਨੈਟ ਵਾਸਤੇ ਵਰਤਿਆ ਜਾਂਦਾ, ਨੈਟਵਰਕ ਇੰਟਰਫੇਸ ਕਾਰਡ ਬੋਲਦੇ ਇਹਨੂੰ, ਇਥਰਨੈਟ ਕਾਰਡ ਵੀ ਕਹਿ ਦਿੰਦੇ ਆ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਕੰਸੀਡਰਡ ਐਜ਼ ਦਾ ਅਨਸੋਲੀਕੇਟਡ ਕਮਰਸ਼ੀਅਲ ਈਮੇਲ। ਤਾਂ ਰਾਜੇ ਤੁਹਾਨੂੰ ਦੱਸਿਆ ਜਾਂ ਮੈਂ ਜਿਹੜਾ ਸਪੈਮ ਮੇਲ ਹੁੰਦੀਆਂ ਇਹ ਅਨਵਾਂਟਡ ਅਨਸੋਲੀਕੇਟਡ ਈਮੇਲਸ ਹੁੰਦੀਆਂ। ਅੱਗੇ ਬਹੁਤ ਵਧੀਆ ਕੁਐਸਚਨ ਹੈ, ਕਹਿੰਦਾ ਜੀ ਕੰਟਰੋਲ ਪਲੱਸ ਰਾਈਟ ਐਰੋ। ਠੀਕ ਹੈ, ਤੁਹਾਨੂੰ ਮੈਂ ਇੱਕ ਵਾਰੀ ਕਰਕੇ ਦਿਖਾ ਦਿੰਦਾ। ਜੇ ਮੈਂ ਮੰਨ ਲਓ ਇੱਥੇ ਹੈਲੋ ਲਿਖਿਆ, ਹੈਲੋ ਵਰਡ ਲਿਖ ਦਿੰਦਾ। ਠੀਕ ਹੈ ਜੀ, ਆਪਣੇ ਕੋਲੇ 4 ਐਰੋ ਹੁੰਦੇ ਆ, ਟੌਪ ਐਰੋ, ਠੀਕ ਹੈ, ਰਾਈਟ ਐਰੋ, ਲੈਫਟ ਐਰੋ ਤੇ ਬਾਟਮ ਐਰੋ। ਇਹਨੂੰ ਨੈਵੀਗੇਸ਼ਨਲ ਕੀ ਵੀ ਬੋਲ ਦਿੰਦੇ ਆ, ਨੈਵੀਗੇਸ਼ਨਲ ਐਰੋ ਵੀ ਬੋਲ ਦਿੰਦੇ ਆ। ਹੁਣ ਮੰਨ ਲਓ ਆਪਾਂ ਗੱਲ ਇੱਥੇ ਹੋ ਰਹੀ ਹੈ ਰਾਈਟ ਐਰੋ ਦੀ, ਰਾਈਟ ਐਰੋ ਦੀ ਗੱਲ ਕਰਦੇ ਆ। ਜੇ ਮੈਂ ਕੱਲਾ ਰਾਈਟ ਐਰੋ ਮੰਨ ਲਓ ਇੱਥੇ ਰੱਖਿਆ ਹੋਇਆ, ਜੇ ਮੈਂ ਇੱਥੇ ਮੇਰਾ ਕਰਸਰ ਇੱਥੇ ਮੂਵ ਕਰ ਰਿਹਾ, ਜੇ ਮੈਂ ਰਾਈਟ ਐਰੋ ਨੱਪੂਗਾ, ਸੌਰੀ ਚਲੋ ਇਹ ਚਲੋ ਮੈਂ ਇੱਧਰ ਰੱਖ ਦਿੰਦਾ, ਰਾਈਟ ਸਾਈਡ ਤੇ ਰੱਖ ਦਿੰਦਾ। ਮੰਨ ਲਓ ਇੱਥੇ ਮੇਰਾ ਕਰਸਰ ਹੈ ਤਾਂ ਮੈਂ ਰਾਈਟ ਐਰੋ ਨੱਪੂਗਾ ਤਾਂ ਮੇਰਾ ਕੀ ਹੈ, ਜਿਹੜਾ ਕਰਸਰ ਆ ਉਹ ਕੀ ਕਰੂਗਾ, ਇੱਕ ਕਰੈਕਟਰ ਇੱਥੇ ਆ ਜਾਊਗਾ, ਇੱਕ ਕਰੈਕਟਰ ਕੀ ਕਰ ਜੂਗਾ, ਜੰਪ ਕਰ ਜੂਗਾ। ਜੇ ਮੈਂ ਇੱਕ ਵਾਰੀ ਹੋਰ ਨੱਪ ਦੂੰਗਾ ਤਾਂ ਇੱਥੇ ਆ ਜਾਊਗਾ। ਤਾਂ ਕਰੈਕਟਰ ਬਾਈ ਕਰੈਕਟਰ ਜੰਪ ਕਰੂਗਾ। ਮੈਂ ਕੱਲਾ ਰਾਈਟ ਐਰੋ ਦੀ ਕੀ ਦੀ ਗੱਲ ਕਰ ਰਿਹਾ। ਪਰ ਜੇ ਮੈਂ ਉਹਦੇ ਨਾਲ ਕੰਟਰੋਲ ਨੱਪ ਦੂੰਗਾ, ਜੇ ਮੈਂ ਕੰਟਰੋਲ ਪਲੱਸ ਕੰਟਰੋਲ ਕੀ ਨੱਪ ਕੇ ਪਲੱਸ ਮੈਂ ਐਰੋ ਆ ਨੱਪੂਗਾ ਰਾਈਟ ਵਾਲਾ, ਤਾਂ ਕੀ ਕਰੂਗਾ, ਜੇ ਮੈਂ ਇੱਥੇ ਖੜਾ ਤਾਂ ਪੂਰੇ ਦਾ ਪੂਰਾ ਵਰਡ ਜੰਪ ਕਰ ਜੂਗਾ। ਮੰਨ ਲਓ ਮੈਂ ਲਿਖਿਆ ਹੋਇਆ ਹੈਲੋ ਹਾਓ, ਤਾਂ ਇਹਦਾ ਮਤਲਬ ਕੀ ਆ ਕਿ ਜੇ ਮੈਂ ਇੱਥੇ ਰੱਖਿਆ ਹੋਇਆ ਕਰਸਰ, ਮੈਂ ਕੰਟਰੋਲ ਕੀ ਪਲੱਸ ਰਾਈਟ ਐਰੋ ਨੱਪੂਗਾ ਤਾਂ ਉਹ ਕੀ ਕਰੂਗਾ, ਜੰਪ ਕਰ ਜੂਗਾ ਇੱਥੇ ਡਾਇਰੈਕਟ, ਪੂਰਾ ਪੂਰਾ ਵਰਡ ਨੂੰ ਜੰਪ ਕਰ ਜੂਗਾ। ਤੇ ਇਹਦਾ ਰਾਈਟ ਆਨਸਰ ਕੀ ਬਣਦਾ ਜੀ, ਟੂ ਮੂਵ ਦਾ ਕਰਸਰ ਵਨ ਵਰਡ ਰਾਈਟ। ਤਾਂ ਪੂਰੇ ਦਾ ਪੂਰਾ ਵਰਡ ਰਾਈਟ ਜਾਣ ਵਾਸਤੇ ਕੀ ਕਰਾਂਗੇ ਆਪਾਂ, ਰਾਈਟ ਐਰੋ ਕੀ। ਜੇ ਮੈਂ ਲੈਫਟ ਜਾਣਾ, ਅਗਰ ਮੈਂ ਸਿੰਗਲ ਲੈਫਟ ਨੱਪੂਗਾ ਤਾਂ ਸਿੰਗਲ ਕਰੈਕਟਰ ਜਾਊਂਗਾ। ਜੇ ਮੈਂ ਕੰਟਰੋਲ ਪਲੱਸ ਲੈਫਟ ਐਰੋ ਨੱਪੂਗਾ ਤਾਂ ਪੂਰੇ ਦਾ ਪੂਰਾ ਕੀ ਚਲਾ ਜਾਊਗਾ, ਵਰਡ ਚਲਾ ਜਾਊਗਾ ਲੈਫਟ ਸਾਈਡ ਨੂੰ। ਤਾਂ ਕਲੀਅਰ ਹੈ, ਕੰਟਰੋਲ ਨਾਲ ਕੀ ਕਰਦੇ ਆਪਾਂ, ਜੰਪ ਕਰਦੇ ਆ ਪੂਰਾ ਵਰਡ। ਓਕੇ, ਨੈਕਸਟ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਟੋਪੋਲੋਜੀਜ਼ ਕੀ ਹੁੰਦੀਆਂ ਨੇ, ਫਿਜ਼ੀਕਲ ਅਰੇਂਜਮੈਂਟ ਆਫ ਯੂਅਰ ਨੈਟਵਰਕ। ਮਤਲਬ ਤੁਸੀਂ ਕੰਪਿਊਟਰ ਕਿਵੇਂ ਜੋੜੇ ਹੋਏ ਆ ਆਪਸ ਵਿੱਚ, ਕਿਵੇਂ ਤੁਸੀਂ ਉਹਦੀ ਨੈਟਵਰਕਿੰਗ ਕੀਤੀ ਹੋਈ, ਉਹਨੂੰ ਕਹਿ ਦਿੰਦੇ ਆ ਟੋਪੋਲੋਜੀਜ਼ ਕਹਿ ਦਿੰਦੇ ਆ। ਤਾਂ ਕਹਿੰਦਾ ਜੀ ਇਨ ਕੰਪਿਊਟਰ ਨੈਟਵਰਕ, ਕਹਿੰਦਾ ਐਵਰੀ ਹੋਸਟ ਦਾ ਮਤਲਬ ਕੀ ਹੈ, ਕੰਪਿਊਟਰ। ਐਵਰੀ ਹੋਸਟ ਇਜ਼ ਕਨੈਕਟਡ ਟੂ ਦਾ ਸੈਂਟਰਲ ਹੱਬ। ਤੇ ਸੈਂਟਰਲ ਹੱਬ ਕੀ ਕਹਿੰਦੀ ਆ, ਐਕਟ ਐਜ਼ ਏ ਟਰਾਂਸਮਿਟ ਮੈਸੇਜ। ਮਤਲਬ ਕੀ ਕਹਿੰਦਾ, ਉਹ ਕਿਹੜੀ ਟੋਪੋਲੋਜੀ ਦੀ ਟਾਈਪ ਹੈ ਜਿਹਦੇ ਵਿੱਚ ਜਿਹੜੇ ਸਾਰੇ ਕੰਪਿਊਟਰ ਹੈਗੇ ਉਹ ਸੈਂਟਰਲ ਕੰਪਿਊਟਰ ਦੇ ਨਾਲ ਕੀ ਹੁੰਦੇ ਆ, ਅਟੈਚ ਹੁੰਦੇ ਆ, ਹੱਬ ਦੇ ਨਾਲ ਕੀ ਹੁੰਦੇ ਆ, ਅਟੈਚ ਹੁੰਦੇ ਆ। ਤਾਂ ਉਹ ਕਿਹੜੀ ਹੁੰਦੀ ਹੈ ਬੇਟੇ, ਸਟਾਰ ਟੋਪੋਲੋਜੀ ਹੁੰਦੀ ਹੈ। ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਆ ਹੁੰਦੀ ਹੈ ਸਟਾਰ ਟੋਪੋਲੋਜੀ। ਇਹਦੇ ਵਿੱਚ ਸੈਂਟਰਲ ਕੀ ਹੁੰਦੀ ਹੈ, ਹੱਬ ਹੁੰਦੀ ਹੈ। ਇਹ ਸਾਰੇ ਕੰਪਿਊਟਰ ਜਿਹੜੇ ਸਾਰੀਆਂ ਹੋਸਟ ਕਹਿ ਲਓ, ਡਿਵਾਈਸ ਕਹਿ ਲਓ, ਇਹਦੇ ਨਾਲ ਅਟੈਚ ਹੁੰਦੀਆਂ ਨੇ। ਇਹ ਕੀ ਕਰਦੀਆਂ ਨੇ, ਸਟਾਰ, ਦੇਖੋ ਸਟਾਰ ਬਣਾ ਰਹੀਆਂ ਨਾ, ਤਾਂ ਇਹਨੂੰ ਕਹਿ ਦਿੰਦੇ ਆ ਸਟਾਰ ਟੋਪੋਲੋਜੀ ਕਹਿ ਦਿੰਦੇ ਆ।
ਅਗਲੀ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਏਰੀਆ ਇਨ MS ਐਕਸਲ ਅਲਾਓ ਯੂ ਟੂ ਐਂਟਰ ਦਾ ਵੈਲਿਊ ਐਂਡ ਫਾਰਮੂਲਾ। ਵੈਸੇ ਤਾਂ ਆਪਾਂ ਸੈੱਲ ਦੇ ਵਿੱਚ ਵੀ ਕਰ ਸਕਦੇ ਹਾਂ, ਸੈੱਲ ਦੇ ਵਿੱਚ ਵੀ ਵੈਲਿਊ ਐਂਡ ਫਾਰਮੂਲਾ ਟਾਈਪ ਕਰ ਸਕਦੇ ਹਾਂ, ਬਟ ਕਰੰਟਲੀ ਜੇ ਆਪਾਂ ਸ਼ੋ ਕਰਨਾ ਹੋਵੇ ਤਾਂ ਆਪਾਂ ਕਿੱਥੇ ਦੇਖ ਸਕਦੇ ਹਾਂ ਰਾਜੇ? ਫਾਰਮੂਲਾ ਬਾਰ ਦੇ ਵਿੱਚ। ਕਿੱਥੇ ਦੇਖ ਸਕਦੇ ਹਾਂ? ਫਾਰਮੂਲਾ ਬਾਰ ਦੇ ਵਿੱਚ ਕੀ ਹੁੰਦਾ ਥੋੜਾ, ਜਿਹੜਾ ਕਰੰਟਲੀ ਆਪਾਂ ਸੈੱਲ ਦੇ ਉੱਪਰ ਆਪਣਾ ਕਰਸਰ ਹੋਊਗਾ ਉਹਦੇ ਕੰਟੈਂਟ ਆਪਾਂ ਨੂੰ ਕਿੱਥੇ ਸ਼ੋ ਹੋਣਗੇ? ਫਾਰਮੂਲਾ ਬਾਰ ਦੇ ਵਿੱਚ ਹੋਣਗੇ। ਤਾਂ ਫਾਰਮੂਲਾ ਬਾਰ ਜੇ ਨਹੀਂ ਦੇਖੀ ਤਾਂ ਤੁਸੀਂ ਐਕਸਲ ਵਾਲਾ ਪੂਰਾ ਟਿਊਟੋਰੀਅਲ ਦੇ ਸਕਦੇ ਹੋ, ਆਪਣੇ ਚੈਨਲ ਤੇ ਪਿਆ ਹੈ, ਵੀਡੀਓ 1 ਤੇ ਵੀਡੀਓ 2। ਆ ਹੁੰਦੀ ਹੈ ਰਾਜੇ FX ਫਾਰਮੂਲਾ ਬਾਰ। ਇਹਦੇ ਵਿੱਚ ਕੀ ਆ ਕਿ ਜੋ ਵੀ ਮੇਰਾ ਕਰੰਟਲੀ ਸੈੱਲ ਹੈ, ਮੰਨ ਲਓ ਆ ਮੇਰਾ ਕਰੰਟਲੀ ਸੈੱਲ ਹੈ ਤੇ ਮੈਂ VLOOKUP ਫਾਰਮੂਲਾ ਲਾਇਆ ਹੈ, ਤੇ ਇੱਥੇ ਮੈਂ ਫਾਰਮੂਲਾ ਵੀ ਦੇਖ ਸਕਦਾ, ਕੰਟੈਂਟ ਵੀ ਦੇ ਸਕਦਾ। ਠੀਕ ਹੈ ਜੀ, ਇਹ ਹੁੰਦਾ ਤੁਹਾਡਾ ਐਡਰੈਸ, ਸੈੱਲ ਐਡਰੈਸ ਹੁੰਦਾ। ਠੀਕ ਹੈ, ਜਿਵੇਂ ਮੰਨ ਲਓ ਇਹ F6 ਤੇ ਖੜੇ ਆ ਆਪਾਂ, ਆ ਦੇਖੋ F ਤੇ ਖੜੇ ਆ, ਇਧਰੋਂ 6 ਨੰਬਰ ਰੋ ਹੈ, ਇਹ ਐਡਰੈਸ ਹੋ ਗਿਆ। ਤਾਂ ਐਕਸਲ ਨੂੰ ਬੜੇ ਧਿਆਨ ਦੇ ਨਾਲ ਕਰਨਾ ਰਾਜੇ। PEE+ ਬੋਰਡ 'ਚ ਬਹੁਤ ਕੁਐਸਚਨ ਪੁੱਛਦੇ ਆ ਐਕਸਲ ਦੇ ਵਿੱਚੋਂ। ਠੀਕ ਹੈ, ਤਾਂ ਜਿਨ੍ਹਾਂ ਨੇ PEE+ ਬੋਰਡ ਨੂੰ ਕਲੀਅਰ ਕਰਨਾ ਜਾਂ ਕੋਆਪਰੇਟਿਵ ਬੈਂਕ ਜਾਂ ਕੋਈ ਵੀ ਪੇਪਰ ਕਲੀਅਰ ਕਰਨਾ, ਪਲੀਜ਼ ਇਸ ਸੀਰੀਜ਼ ਦੇ ਨਾਲ ਬਣੇ ਰਹੋ। ਬਾਕੀ ਇੱਕ ਲਾਈਵ ਟੈਸਟ ਸੀਰੀਜ਼ ਹੈ। ਲਾਈਵ ਟੈਸਟ ਦਾ ਮਤਲਬ ਕੀ ਹੈ? ਤੁਸੀਂ ਆਨਲਾਈਨ ਟੈਸਟ ਦੇ ਸਕਦੇ ਹੋ, ਆਪਣੀ ਐਪ ਦੇ ਉੱਪਰ ਪਿਆ ਕੋਰਸ। ਕੱਲ ਸ਼ਾਇਦ ਮੈਨੂੰ ਲੱਗਦਾ ਉਹਦੀ ਫੀਸ 200 ਰੁਪਏ ਸੀ, ਅੱਜ ਵੱਧ ਗਈ ਹੈ ਸ਼ਾਇਦ ਥੋੜੀ ਬਹੁਤੀ, 250 300 ਹੈ, ਮੈਨੂੰ ਧਿਆਨ ਦੇ ਵਿੱਚ ਨਹੀਂ ਹੈਗਾ। ਤਾਂ ਉਹਦੇ ਵਿੱਚ ਕੀ ਆ ਗਈ, ਇੱਕ ਤਾਂ ਆਪਣੇ ਕੋਲੇ ਨੈਗੇਟਿਵ ਮਾਰਕਿੰਗ ਆ ਨਾਲ। ਨੈਗੇਟਿਵ ਮਾਰਕਿੰਗ ਨਾਲ ਆਪਣਾ ਕੀ, ਜਿਹੜੀ ਆਪਣੀ ਬੈਡ ਹੈਬਿਟ ਹੁੰਦੀ ਹੈ ਕਿ ਜਿਹੜਾ ਕੁਐਸਚਨ ਆਪਾਂ ਨੂੰ ਨਹੀਂ ਆਉਂਦਾ ਆਪਾਂ ਅਟੈਂਪਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣਾ ਰੈਂਕ ਕੀ ਆ ਜਾਂਦਾ? ਥੱਲੇ ਆ ਜਾਂਦਾ। ਠੀਕ ਹੈ, ਤਾਂ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਆ, ਪਲੱਸ ਇਹਦੇ ਵਿੱਚ ਕੀ ਆ ਕਿ ਮੰਨ ਲਓ 50 ਬੱਚੇ ਪੇਪਰ ਦੇ ਰਹੇ ਆ ਤੇ ਆਪਾਂ ਨੂੰ ਪਤਾ ਲੱਗ ਜੂਗਾ ਵੀ ਆਪਾਂ 50 ਬੰਦਿਆਂ ਦੇ ਵਿੱਚ ਕਿੱਥੇ ਖੜੇ ਆ, ਆਪਣਾ ਰੈਂਕ ਨਿਕਲ ਕੇ ਆਊਗਾ। ਐਂਡ ਆਫ ਟੈਸਟ ਦੇ ਵਿੱਚ ਤੁਹਾਡੇ ਕੋਲ ਕੀ ਆ ਜਾਂਦਾ? ਰੈਂਕ ਆ ਜਾਂਦਾ। ਇਹਦੇ ਵਿੱਚ ਐਕਚੁਅਲ ਦੇ ਵਿੱਚ ਹੈ ਕੀ ਰਾਜੇ? ਇੱਕ ਤਾਂ ਮੈਂ ਪੰਜਾਬ ਜੀਕੇ, ਇਹਦੇ ਵਿੱਚ ਮੈਂ ਪੰਜਾਬ ਜੀਕੇ ਦਾ ਟੈਸਟ ਪਾ ਰਿਹਾ, ਪੰਜਾਬੀ ਗ੍ਰਾਮਰ ਦਾ ਪਾ ਰਿਹਾ, ਕੰਪਿਊਟਰ ਦਾ ਪਾ ਰਿਹਾ, ਤੇ ਨਾਲ ਮੈਂ ਕੋਸ਼ਿਸ਼ ਕਰ ਰਿਹਾ ਇੰਡੀਅਨ ਜੀਕੇ ਵੀ ਥੋੜੀ ਬਹੁਤੀ ਪਾ ਰਿਹਾ, ਪੋਲਿਟੀ ਵਗੈਰਾ। ਤਾਂ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਡੇਲੀ ਟੈਸਟ ਮਿਲਦਾ ਹੈ, ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ, ਬਹੁਤ ਰੀਜ਼ਨੇਬਲ ਅਮਾਊਂਟ ਹੈ। ਤਾਂ ਜੇ ਤੁਹਾਨੂੰ ਚੰਗਾ ਲੱਗੂਗਾ ਤਾਂ ਕਰ ਲਿਓ ਭਾਈ, ਜਰੂਰ ਦੇਖਿਓ। ਇਹ ਮੈਂ ਤੁਹਾਨੂੰ ਤਾਂ ਰეკਮੈਂਡ ਕਰ ਰਿਹਾ ਕਿਉਂਕਿ ਇਹ ਬਹੁਤ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਰਹੂਗਾ। ਤੁਸੀਂ ਮੰਨ ਲਓ ਕੋਈ ਬੁੱਕ ਵੀ ਪੜ੍ਹਦੇ ਹੋ, ਕਿਤੇ ਵੀ ਤਿਆਰੀ ਕਰਦੇ ਹੋ, ਪਰ ਤੁਹਾਨੂੰ ਤਿਆਰੀ ਦਾ ਲੈਵਲ ਪਤਾ ਹੋਵੇ ਕਿ ਤੁਹਾਡੀ ਤਿਆਰੀ ਕਿੰਨੀ ਕੁ ਹੋ ਰਹੀ ਹੈ, ਤਾਂ ਤੁਸੀਂ ਥਿਓਰੈਟੀਕਲ ਪੜ੍ਹ ਰਹੇ ਹੋ, ਨਾਲ ਨਾਲ ਤੁਹਾਨੂੰ MCQ ਕਰਨੇ ਵੀ ਜ਼ਰੂਰੀ ਹੈ। ਤਾਂ ਸ਼ੁਕਰੀਆ ਜੀ। ਹਰੇਕ ਚੀਜ਼ ਆਪਾਂ ਪੇਡ ਨਹੀਂ ਕਰ ਸਕਦੇ, ਹਰੇਕ ਚੀਜ਼ ਫ੍ਰੀ ਵੀ ਨਹੀਂ ਕਰ ਸਕਦੇ, ਕਿਉਂਕਿ ਦੇਖੋ ਨਾਲ ਟੀਮ ਵੀ ਕੰਮ ਕਰਦੀ, ਉਹਨਾਂ ਨੂੰ ਵੀ ਸੈਲਰੀ ਵਗੈਰਾ ਦੇਣੀ ਹੁੰਦੀ ਹੈ, ਤੇ ਘਰੇ ਬੱਚੇ ਵੀ ਪਾਲਣੇ ਭਾਈ। ਤਾਂ ਸ਼ੁਕਰੀਆ ਜੀ, ਤੁਸੀਂ ਮੇਰਾ ਸਾਥ ਦਿੰਦੇ ਰਹੋਗੇ ਤਾਂ ਪਰਮਾਤਮਾ ਮਿਹਰ ਕਰੇ, ਤੁਹਾਡੇ ਸਭ ਦੀ ਜੌਬ ਲੱਗੇ। ਆਪਾਂ ਮਿਸ਼ਨ ਸਰਕਾਰੀ ਨੌਕਰੀ 2022 ਦੇ ਵਿੱਚ ਵੱਧ ਤੋਂ ਵੱਧ ਸਟੂਡੈਂਟ ਨੂੰ ਕੀ ਹੈ, ਨੌਕਰੀ ਦਿਵਾਉਣੀ ਹੈ। ਤੇ ਤੁਸੀਂ ਮੇਰੇ ਨਾਲ ਸਾਥ ਦਿਓ, ਮੈਂ ਵੀ ਤੁਹਾਡਾ ਸਾਥ ਦਊਂਗਾ, ਬਾਬਾ ਭਲੀ ਕਰੂਗਾ। ਆਪਾਂ ਚੰਗੀ ਨੀਤ ਨਾਲ ਚੱਲ ਰਹੇ ਹਾਂ। ਤਾਂ ਸ਼ੁਕਰੀਆ, ਧੰਨਵਾਦ।